ਅੱਜ ਦਾ ਵਿਚਾਰ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ ਤੇ ਅੱਜ ਅਸੀਂ ਇਸ ਪ੍ਰੋਗਰਾਮ 'ਚ ਗੱਲ ਕਰਾਂਗੇ ਰਾਸ਼ਟਰਪਤੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦਾ ਸਮਾਂ ਨਾ ਦੇਣ ਦੇ ਬਾਰੇ 'ਚ ਤੇ ਉਸ ਦੇ ਨਾਲ ਹੀ ਜੁੜਿਆ ਹੋਇਆ ਮੁੱਦਾ ਕਿ ਜਿਸ ਤਰ੍ਹਾਂ ਰਾਸ਼ਟਰਪਤੀ ਦਫ਼ਤਰ ਵੱਲੋਂ ਇਹ ਕਿਹਾ ਗਿਆ ਕਿ ਇਸ ਕਰਕੇ ਸਮਾਂ ਨਹੀਂ ਦਿੱਤਾ ਜਾ ਸਕਦਾ ਕਿ ਜਿਹੜਾ ਬਿੱਲ ਪਾਸ ਕੀਤੇ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਅਜਲਾਸ ਵੱਲੋਂ ਉਹ ਅਜੇ ਤੱਕ ਰਾਜਪਾਲ ਦੇ ਮੇਜ਼ ਉੱਤੇ ਹੀ ਪਏ। ਇਹਨਾਂ ਦੋਨਾਂ ਗੱਲਾਂ ਨੂੰ ਅਸੀਂ ਆਪਣੀ ਚਰਚਾ ਦੇ ਵਿੱਚ ਲਵਾਂਗੇ। ਇਸ ਦੇ ਲਈ ਮੇਰੇ ਨਾਲ ਨੇ ਅੱਜ ਸਾਡੇ ਵਿਸ਼ੇਸ਼ ਮਹਿਮਾਨ ਡਾਕਟਰ ਮਨਜੀਤ ਸਿੰਘ ਜੀ, ਜਿਹੜੇ ਕਿ ਉੱਘੇ ਬੁੱਧੀਜੀਵੀ ਨੇ ਔਰ ਜਿਨ੍ਹਾਂ ਦੀ ਖਾਸ ਕਰਕੇ ਇਹਨਾਂ ਮਾਮਲਿਆਂ 'ਤੇ ਬੜੀ ਨੇੜਿਓਂ ਨਜ਼ਰ ਰਹਿੰਦੀ ਹੈ ਔਰ ਉਹਨਾਂ ਨੂੰ ਬੜਾ ਨੇੜਿਓਂ ਦੇਖਿਆ ਉਹਨਾਂ ਨੇ। ਸਾਰਾ ਇਹਨਾਂ ਦਾ ਬੜਾ ਇਹਨਾਂ ਗੱਲਾਂ ਬਾਰੇ ਵਿਸ਼ਾਲ ਤਜਰਬਾ ਵੀ ਹੈ ਔਰ ਕੀ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਉਹਨਾਂ ਨੂੰ ਬਹੁਤ ਹੀ ਇੱਕ ਤਿੱਖੀ ਨਜ਼ਰ ਨਾਲ ਦੇਖਦੇ ਆ ਕਿ ਉਹਨਾਂ ਘਟਨਾਵਾਂ ਦੇ ਪਿੱਛੇ ਛੁਪਿਆ ਕੀ ਹੋਇਆ ਅਤੇ ਇਰਾਦੇ ਕੀ ਹੈ ਕੇਂਦਰ ਸਰਕਾਰ ਦੇ, ਰਾਸ਼ਟਰਪਤੀ ਦੇ, ਰਾਜਪਾਲ ਦੇ ਔਰ ਬਾਕੀ ਜਿਹੜੀਆਂ ਇਸ ਵੇਲੇ ਹਾਕਮ ਧਿਰਾਂ ਨੇ ਉਹਨਾਂ ਦੇ। ਅਤੇ ਪ੍ਰੋਫੈਸਰ ਸਾਹਿਬ, ਜਿਸ ਤਰ੍ਹਾਂ ਅਸੀਂ ਗੱਲ ਸ਼ੁਰੂ ਕੀਤੀ ਹੈ, ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਰਾਸ਼ਟਰਪਤੀ ਹੁਣ ਇੱਕ ਚੁਣੀ ਹੋਈ ਸਰਕਾਰ ਹੈ ਲੋਕਾਂ ਦੀ ਪੰਜਾਬ ਦੇ ਵਿੱਚ, ਤਾਂ ਉਸ ਨੂੰ ਮਿਲਣ ਦਾ ਸਮਾਂ ਵੀ ਨਹੀਂ ਦੇ ਰਿਹਾ, ਭਾਵੇਂ ਕਿ ਬਿੱਲ ਉੱਥੇ ਪਹੁੰਚੇ ਜਾਂ ਨਹੀਂ ਪਹੁੰਚੇ, ਪਰ ਉਹਦੀ ਇੱਕ ਜ਼ਿੰਮੇਵਾਰੀ ਤਾਂ ਬਣਦੀ ਹੈ ਨਾ ਕਿ ਚੁਣਿਆ ਹੋਇਆ ਮੁੱਖ ਮੰਤਰੀ ਜੇ ਮਿਲਣ ਦਾ ਸਮਾਂ ਮੰਗਦਾ ਤਾਂ ਉਹਨੂੰ ਸਮਾਂ ਤਾਂ ਦਿੱਤਾ ਜਾਣਾ ਚਾਹੀਦਾ। ਇਹ ਤਾਂ ਬਿਲਕੁਲ ਹੀ ਗੈਰ ਸੰਵੇਦਨਸ਼ੀਲ ਮੇਰਾ ਖਿਆਲ ਐਟੀਟਿਊਡ ਹੈਗਾ ਬਲਬੀਰ ਜੀ। ਪੰਜਾਬ ਦਾ ਪਹਿਲਾਂ ਹੀ ਕੇਂਦਰੀ ਸਰਕਾਰ 'ਤੇ ਕਾਫੀ ਭਰੋਸਾ ਉੱਠ ਚੁੱਕਾ। ਉਹਨਾਂ ਨੂੰ ਇੰਝ ਲੱਗ ਰਿਹਾ, ਹੁਣੇ ਮੈਨੂੰ ਕਿਸਾਨ ਲੀਡਰਾਂ ਦੇ ਫੋਨ ਆ ਰਹੇ ਸੀ ਕਿ ਸਾਨੂੰ ਇੰਝ ਲੱਗਦੇ ਆ, ਕਿਸਾਨ ਲੀਡਰ ਸੋਚ ਰਹੇ ਕਿ ਉਹਨਾਂ ਨੂੰ ਇੰਝ ਲੱਗ ਰਿਹਾ ਕਿ ਜਿਵੇਂ ਪੰਜਾਬ ਨੂੰ ਉਹਨਾਂ ਦੀ ਏਡੀ ਵੱਡੀ ਮੂਵਮੈਂਟ ਉਸਾਰਨ ਤੋਂ ਬਾਅਦ ਉਹਨਾਂ ਦੀ ਘੇਰਾਬੰਦੀ ਕਰਕੇ ਉਹਨਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਅਤੇ ਆਰਥਿਕ ਘੇਰਾਬੰਦੀ ਖਾਸ ਤੌਰ 'ਤੇ ਕੀਤੀ ਜਾ ਰਹੀ ਹੈ। ਜਿਵੇਂ ਗੱਡੀਆਂ ਨਹੀਂ ਪਹੁੰਚਾਉਣੀਆਂ, ਪਿਛਲੇ 10 ਦਿਨ ਹੋ ਗਏ, 10 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ ਕਿ ਟਰੈਕ ਖਾਲੀ ਆ ਪਰ ਗੱਡੀਆਂ ਨਹੀਂ ਆ ਰਹੀਆਂ। ਸਿਰਫ 2 ਦਿਨ ਆਈਆਂ, ਜਦੋਂ ਫਿਰ 25 ਤਰੀਕ ਦਾ ਦੁਸਹਿਰੇ ਦੇ ਵਿੱਚ ਮੋਦੀ ਜੀ ਦੇ ਪੁਤਲੇ ਫੂਕੇ, ਉਹਨਾਂ ਨੇ ਕਿਹਾ ਚੰਗਾ। ਫਿਰ ਵਿੱਚ ਅਦਾਨੀ ਅੰਬਾਨੀ ਜੀ ਦੇ ਵੀ ਸੀਗੇ ਅਤੇ ਉਹ ਪੁਤਲਿਆਂ ਤੋਂ ਬਾਅਦ ਉਹ ਰੁੱਸ ਕੇ ਬਹਿ ਗਏ ਆ, ਜਾਂ ਤਾਂ ਹੁਣ ਪਤਾ ਨਹੀਂ ਕੀ ਕਿਸੇ ਐਡਵਾਈਜ਼ਰ ਨੇ ਕੀ ਕਿਹਾ। ਪਰ ਇਹਦਾ ਇਸ ਜਿਹੜੀ ਇੱਕ ਆਪਸੀ ਰਿਸ਼ਤਿਆਂ ਦਾ ਪੰਜਾਬ ਦਾ ਜਾਂ ਪੰਜਾਬ ਸਰਕਾਰ ਦਾ ਕੇਂਦਰ ਦੇ ਪ੍ਰਤੀ ਬੇਭਰੋਸਗੀ ਵਾਲਾ ਐਟੀਟਿਊਡ ਸੀ, ਇੱਕ ਗੈਪ ਬਣਿਆ ਸੀਗਾ, ਉਸ ਨੂੰ ਨੇੜੇ ਕਰਨ ਲਈ ਇੱਕ ਚੰਗਾ ਮਾਹੌਲ ਪੈਦਾ ਕਰਨ ਲਈ ਗੱਲਬਾਤ ਜਿਹੜੀ ਆ ਹੋਣੀ ਜ਼ਰੂਰੀ ਸੀਗੀ। ਪਰ ਇਹ ਬੜੀ ਅਜੀਬ ਮੈਨੂੰ ਵੀ ਲੱਗੀ ਪੜ੍ਹ ਕੇ ਕਿ ਰਾਸ਼ਟਰਪਤੀ ਨੂੰ ਦੇਖੋ, ਇੱਕ ਰਾਸ਼ਟਰਪਤੀ ਦਾ ਤਾਂ ਜਿਹੜਾ ਇੱਕ ਸੰਵਿਧਾਨਕ ਮੁਖੀ ਆ ਉਹਦੀ ਤਾਂ ਇਹ ਜ਼ਿੰਮੇਵਾਰੀ ਬਣਦੀ ਆ ਨਾ, ਜੇ ਕਿਤੇ ਕਿਉਂਕਿ ਕੇਂਦਰ ਰਾਜ ਦੇ ਵਿੱਚ ਕੋਈ ਕਿਤੇ ਟਕਰਾਅ ਵਾਲੀ ਸਥਿਤੀ ਹੈ, ਕੋਈ ਟੈਨਸ਼ਨ ਵਾਲੀ ਸਥਿਤੀ ਹੈ, ਤਾਂ ਫਿਰ ਜੇ ਰਾਜ ਦਾ ਮੁੱਖ ਮੰਤਰੀ ਚਾਹਵੇ ਕਿ ਮੈਂ ਰਾਸ਼ਟਰਪਤੀ ਨੂੰ ਮਿਲ ਕੇ ਆਪਣਾ ਪੱਖ ਦੱਸਣਾ, ਆਪਣੀ ਗੱਲ ਕਹਿਣੀ ਹੈ, ਅਤੇ ਸੰਵਿਧਾਨਕ ਤੌਰ 'ਤੇ ਤਾਂ ਉਹਦਾ ਵੀ ਹੱਕ ਬਣਦਾ ਨਾ ਕਿ ਉਹ ਉਹਨੂੰ ਹੱਕ ਮੁਲਾਕਾਤ ਦਾ ਸਮਾਂ ਦੇਵੇ। ਹੱਕ ਨਹੀਂ, ਡਿਊਟੀ ਬਣਦੀ ਹੈ, ਉਹਨਾਂ ਦਾ ਫਰਜ਼ ਬਣਦਾ ਆ। ਔਰ ਦੂਸਰਾ ਜਿਹੜਾ ਇਹਦਾ ਰਾਸ਼ਟਰਪਤੀ ਹੋਣਾ ਦਾ ਇਹ ਐਟੀਟਿਊਡ ਜਿਹੜਾ ਇਸ ਕਰਕੇ ਵੀ ਜ਼ਿਆਦਾ ਥੋੜ੍ਹਾ ਸ਼ੰਕੇ ਦੇ ਘੇਰੇ 'ਚ ਆਉਂਦਾ ਆ, ਜਾਣੀ ਜਿਹੜਾ ਲੋਕਾਂ ਨੂੰ ਪਚ ਨਹੀਂ ਰਿਹਾ, ਉਹ ਇਸ ਕਰਕੇ ਕਿ ਜਦੋਂ ਪਾਰਲੀਮੈਂਟ ਦੇ ਅੰਦਰ ਵਿਰੋਧੀ ਪਾਰਟੀਆਂ ਦੀ ਤੁਸੀਂ ਨੋਟ ਕੀਤਾ ਹੋਣਾ ਕੋਈ ਗੱਲ ਨਹੀਂ ਸੁਣੀ ਜਾਂਦੀ ਅਤੇ ਉਹ ਇਕੱਠੇ ਹੋ ਕੇ ਰਾਸ਼ਟਰਪਤੀ ਕੋਲ ਜਾਂਦੇ ਆ। ਉਹ ਇੱਕ ਲਾਸਟ ਤੁਹਾਡੇ ਕੋਲ ਨੌਨ ਜੁਡੀਸ਼ੀਅਲ ਇੱਕ ਮੀਡੀਏਟਰ ਹੈਗਾ, ਗੱਲਾਂ ਨੂੰ ਕਿਸੇ ਤਰੀਕੇ ਨਾਲ ਸੁਣ ਕੇ ਉਸ ਨੂੰ ਰਸਤੇ 'ਤੇ ਲਿਆਉਣ ਲਈ, ਕਿਉਂਕਿ ਉਹ ਹਾਈਐਸਟ ਅਥਾਰਟੀ ਹੈਗੀ। ਹਾਲਾਂਕਿ ਲੋਕ ਇਹ ਵੀ ਸੋਚਦੇ ਆ ਕਿ ਯਾਰ ਰਾਸ਼ਟਰਪਤੀ ਕਿੱਥੋਂ, ਇਹ ਬ੍ਰਿਟਿਸ਼ ਵਾਲੇ ਸਾਨੂੰ ਦੇ ਦਿੱਤਾ ਸਿਸਟਮ, ਦੇ ਦਿੱਤਾ ਉਹਨਾਂ ਦਾ, ਅਤੇ ਆਪਣਾ ਰਾਜਾ ਆ, ਪਰ ਇੱਥੇ ਸਾਡੇ ਚੁਣਿਆ ਹੋਇਆ ਕਿਸੇ ਵੀ ਇਨਡਾਇਰੈਕਟ ਤਰੀਕੇ ਨਾਲ ਇੱਕ ਰਾਸ਼ਟਰਪਤੀ ਹੈਗਾ। ਔਰ ਇਸ ਨੂੰ ਸਮਝਦੇ ਕਿ ਵਿਹਲਾ ਹੀ ਹੁੰਦਾ ਸਾਰੀ ਦਿਹਾੜੀ, ਸੈਂਕੜੇ ਕਰੋੜ ਜਿਸ ਤਰ੍ਹਾਂ ਉਹ ਬ੍ਰਿਟਿਸ਼ ਆਪਣੇ ਰਾਜੇ ਅਤੇ ਮਹਾਰਾਣੀ 'ਤੇ ਖਰਚ ਕਰਦੇ ਆ, ਅਸੀਂ ਵੀ ਬਹੁਤ ਖਰਚਾ ਕਰਦੇ ਹਾਂ ਉਹਨਾਂ ਨੂੰ ਮੇਨਟੇਨ ਕਰਨ ਲਈ। ਪਰ ਜਦੋਂ ਗਾਹੇ ਬਗਾਹੇ ਕਦੀ ਕਤਾਈ ਕੋਈ ਇਹੋ ਜਿਹੀ ਲੋੜ ਪੈਂਦੀ ਹੈ ਚਾਹ ਦਾ ਕੱਪ ਸਾਂਝਾ ਕਰਨ ਲਈ, ਉਹਨਾਂ ਵੀ ਟਾਈਮ ਜੇ ਕੱਢਣਾ ਨਹੀਂ, ਅਤੇ ਫਿਰ ਉਹ ਬਿਲਡਿੰਗ ਨੂੰ ਤਾਲਾ ਲਾ ਦਿਓ, ਫਿਰ ਕੀ ਕਰਨਾ ਉਹਦਾ, ਕੀ ਫਾਇਦਾ। ਡਾਕਟਰ ਸਾਹਿਬ, ਅਸੀਂ ਦੇਖਦੇ ਹਾਂ ਕਿ ਤੁਸੀਂ ਦੇਖੋ ਕਿ ਜਦੋਂ ਤੋਂ ਖਾਸ ਕਰਕੇ ਖੇਤੀ ਕਾਨੂੰਨ ਜਿਹੜੇ ਆ ਕੇਂਦਰ ਨੇ ਪਾਸ ਕੀਤੇ ਆ, ਉਸ ਸਮੇਂ ਤੋਂ ਬਾਅਦ ਕੇਂਦਰ ਵੱਲੋਂ ਅਜੇ ਤੱਕ ਕੋਈ ਵੀ ਹੁੰਗਾਰਾ ਨਹੀਂ ਮਿਲਿਆ, ਜਦੋਂ ਕਿ ਕਿਸਾਨ ਜਥੇਬੰਦੀਆਂ ਵੀ ਸਮੇਂ ਦੀ ਮੰਗ ਕਰਦੀਆਂ ਰਹੀਆਂ, ਉਹ ਵੀ ਜਿਹੜੇ ਅਧਿਕਾਰੀ ਉਹਨਾਂ ਨੂੰ ਮਿਲੇ, ਪਰ ਉਹਨਾਂ ਨੂੰ ਕੋਈ ਮੰਤਰੀ ਨਹੀਂ ਮਿਲਿਆ। ਇਸ ਤਰ੍ਹਾਂ ਹੀ
ਨਾ ਕੋਈ ਪ੍ਰਧਾਨ ਮੰਤਰੀ ਨੇ ਉਹਦੇ ਤੇ ਕਿਸੇ ਕਿਸਾਨ ਜਥੇਬੰਦੀ ਨੂੰ ਜਾਂ ਰਾਜ ਸਰਕਾਰ ਦੀ ਗੱਲ ਸੁਣ ਲਈ ਉਹਨਾਂ ਨੂੰ ਬੁਲਾਇਆ, ਜਦੋਂ ਕਿ ਕੇਂਦਰ ਤੇ ਰਾਜਾਂ ਦਾ ਇੱਕ ਸਾਡੇ ਸੰਵਿਧਾਨ ਦੇ ਮੁਤਾਬਕ ਬੜਾ ਨੇੜਲਾ ਰਿਸ਼ਤਾ ਹੈ ਕਿ ਕੁਝ ਕੰਮ ਉਹਨਾਂ ਨੇ ਕਰਨੇ ਆ, ਕੁਝ ਰਾਜ ਨੇ ਕਰਨੇ ਆ। ਤਾਂ ਜੇ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਇਹ ਬਿਲਕੁਲ ਟਕਰਾਅ ਵੱਲ ਨੂੰ ਨਹੀਂ ਲੈ ਕੇ ਜਾਏਗੀ। ਦੇਖੋ ਜੰਡੂ ਜੀ, ਕੈਪਟਨ ਸਾਹਿਬ ਜਿਹੜੇ ਆਪਣੇ ਚੀਫ ਮਿਨਿਸਟਰ, ਉਹਨਾਂ ਕਿੰਨੀ ਵਾਰੀ ਪ੍ਰੈਸ ਦੇ ਵਿੱਚ ਸਟੇਟਮੈਂਟ ਦੇ ਕੇ ਕਿਹਾ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਹੈ, ਤੁਸੀਂ ਕੇਂਦਰ ਨੂੰ ਆਪਣੀ ਫਲੈਕਸੀਬਲ ਅਪਰੋਚ ਹੋਣੀ ਚਾਹੀਦੀ ਆ, ਉਹਨਾਂ ਨੂੰ ਥੋੜ੍ਹਾ ਜਿਹਾ ਸੰਵੇਦਨਸ਼ੀਲਤਾ ਤੋਂ ਕੰਮ ਲੈਣਾ ਚਾਹੀਦਾ, ਆਕੜ ਤੋਂ ਜ਼ਿੰਮੇਵਾਰੀ ਵੀ ਤਾਂ ਬਣਦੀ ਹੈ ਨਾ, ਆਕੜ ਤੋਂ ਕੰਮ ਨਹੀਂ ਲੈਣਾ ਚਾਹੀਦਾ। ਸੰਵਿਧਾਨਿਕ ਜ਼ਿੰਮੇਵਾਰੀ ਤੋਂ ਇਲਾਵਾ ਮਤਲਬ ਇੱਕ ਉਹ ਕਹਿ ਵੀ ਸਕਦੇ ਆ, ਦੇਖੋ ਜੀ ਬੜਾ ਸਾਫ਼ ਹੈ, ਸੰਵਿਧਾਨਿਕ ਜ਼ਿੰਮੇਵਾਰੀ ਤੇ ਇਹੀ ਹੈ ਨਾ ਕਿ ਮੇਰੇ ਕੋਲ ਬਿੱਲ ਆਉਣਗੇ ਤੇ ਮੈਂ ਦੇਖ ਲੂੰਗਾ, ਮੇਰੇ ਕੋਲ ਬਿੱਲ ਹੀ ਨਹੀਂ, ਮੇਰੇ ਕੋਲ ਲੈਣ ਕੀ ਆਉਣਾ। ਹੋ ਗਈ ਪ੍ਰਧਾਨ ਮੰਤਰੀ ਦੀ ਗੱਲ ਆਪਾਂ ਕਰ ਰਹੇ ਹਾਂ। ਪ੍ਰਧਾਨ ਮੰਤਰੀ ਦਾ ਕੱਲ ਸੰਸਦ ਮੈਂਬਰ ਗਏ ਪੰਜਾਬ ਦੇ, ਉਹਨਾਂ ਨੇ ਉੱਥੋਂ ਦੇ ਮੰਤਰੀਆਂ ਨਾਲ ਗੱਲ ਕਰਨੀ ਚਾਹੀ ਕਿ ਜੇ ਰੇਲ ਮੰਤਰੀ ਨੂੰ ਉਹਨਾਂ ਨੇ ਮਿਲਣਾ ਚਾਹਿਆ, ਪਰ ਉਹਨਾਂ ਵੀ ਮਿਲਣ ਤੋਂ ਇਨਕਾਰ ਕਰ ਦਿੱਤਾ। ਇਹ ਬਹੁਤ ਮੰਦਭਾਗੀ ਗੱਲ ਹੈ। ਇਹ ਤਾਂ ਬਿਲਕੁਲ ਹੀ ਫਿਰ ਉਹੀ ਗੱਲ ਜਿਹੜੀ ਅਸੀਂ ਸ਼ੁਰੂ 'ਚ ਕੀਤੀ ਹੈ ਕਿ ਜੋ ਪੰਜਾਬ ਦੇ ਅੰਦਰ ਇੱਕ ਧਾਰਨਾ ਬਣਦੀ ਜਾ ਰਹੀ ਆ ਕਿ ਕੇਂਦਰ ਦਮ ਘੁੱਟ ਕੇ ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਆ, ਉਹਦੇ ਕਰਕੇ ਜੇ ਸਭ ਤੋਂ ਵੱਧ ਕਿਸੇ ਦਾ ਮਾੜਾ ਅਸਰ ਵੀ ਪਿਆ ਕਿਸੇ ਦੀ ਖੇਤੀ ਤੇ ਜਿਹੜੇ ਤਿੰਨੇ ਕਾਨੂੰਨ ਆ ਉਹ ਸਭ ਤੋਂ ਵੱਧ ਪੰਜਾਬ ਤੇ ਪਿਆ, ਕਿਉਂਕਿ ਇੱਥੇ ਹੀ ਸਭ ਤੋਂ ਵੱਧ ਖਰੀਦ ਜਿਹੜੀ ਆ ਮਿਨੀਮਮ ਸਪੋਰਟ ਪ੍ਰਾਈਸ ਤੇ ਹੁੰਦੀ ਸੀ। ਬਾਕੀ ਦੇ ਨੇੜੇ ਦੇ ਸੂਬਿਆਂ ਦੇ ਤੇ ਆਪਣਾ ਮੰਡੀਕਰਨ ਦਾ ਢਾਂਚਾ ਵੀ ਸਭ ਤੋਂ ਵੱਧ ਇੱਥੇ ਹੀ ਵਿਕਸਿਤ ਸੀਗਾ। ਬਿਲਕੁਲ ਸਾਰਾ ਕੁਝ ਹੀ, ਗ੍ਰੀਨ ਰੈਵੋਲੂਸ਼ਨ ਵੀ ਸਭ ਤੋਂ ਪਹਿਲਾਂ ਇੱਥੇ ਹੀ ਉਹਦਾ ਐਕਸਪੈਰੀਮੈਂਟ ਤਜਰਬਾ ਕੀਤਾ ਗਿਆ ਔਰ ਇੱਥੇ ਹੀ ਸਭ ਤੋਂ ਵੱਧ ਕਾਮਯਾਬੀ ਹੋਇਆ, ਤੇ ਜਿਹਦਾ ਖਮਿਆਜਾ ਹੁਣ ਅਸੀਂ ਸਾਰੇ ਹਰ ਪੱਖ ਤੋਂ ਭੁਗਤ ਰਹੇ ਹਾਂ, ਪਾਣੀ ਦੇ ਪੱਖ ਤੋਂ, ਸਿਹਤ ਦੇ ਪੱਖ ਤੋਂ, ਵਾਤਾਵਰਨ ਤੋਂ, ਜ਼ਮੀਨ ਵੀ ਬਿਮਾਰ ਕਰ ਲਈ, ਤੇ ਸਾਰਾ ਕੁਝ ਜਿਹੜਾ ਉਹਦਾ ਅਸੀਂ ਖਮਿਆਜਾ ਵੀ ਭੁਗਤ ਰਹੇ ਹਾਂ। ਨਹੀਂ, ਕਿਸਾਨ ਕਰਜ਼ਾਈ ਹੋ ਕੇ ਖੁਦਕਸ਼ੀਆਂ ਕਰ ਰਿਹਾ। ਬਿਲਕੁਲ ਇਹ ਸਾਰਾ ਉਸੇ ਪੈਕੇਜ ਦਾ ਹੀ ਹਿੱਸਾ ਆ। ਪਰ ਜੇ ਹੁਣ ਕਿਸਾਨ ਆਪਣੇ ਬਚਾਓ ਲਈ, ਆਪਣੀ ਹੋਂਦ ਲਈ, ਆਪਣੇ ਮਾੜਾ ਮੋਟਾ ਜੋ ਵੀ ਬਚਿਆ ਚਾਰ ਸਿਆੜ ਬਚੇ ਹੋਏ ਆ ਉਸ ਤੇ ਬਣੇ ਰਹਿਣਾ ਚਾਹੁੰਦੇ ਆ, ਕਿਸਾਨ ਦੇ ਤੌਰ ਤੇ ਰਹਿਣਾ ਚਾਹੁੰਦੇ ਆ, ਤਾਂ ਇਸ ਗੱਲ ਦਾ ਸਗੋਂ ਮੇਰਾ ਤੇ ਖਿਆਲ ਆ ਕਿ ਜਿਸ ਤਰ੍ਹਾਂ ਜੈ ਜਵਾਨ ਜੈ ਕਿਸਾਨ ਅਸੀਂ ਕਹਿੰਦੇ ਆ, ਜਾਣੀ ਦੇਸ਼ ਦੀ ਗੌਰਮੈਂਟ ਕਹਿੰਦੀ ਆ, ਤੇ ਹੁਣ ਉਹ ਕਿੱਥੇ ਗਿਆ ਜੈ ਕਿਸਾਨ, ਜਾਣੀ ਉਹ ਕਿਸਾਨ ਦੀ ਜੈ ਕਰਦੇ ਆ, ਤੇ ਉਹ ਅੱਜ ਜੇ ਉਹਨਾਂ ਨਾਲ ਗੱਲ ਤੱਕ ਨਹੀਂ ਕਰਨਾ ਚਾਹੁੰਦੇ ਜਿਵੇਂ ਤੁਸੀਂ ਕਿਹਾ। ਬਿਲਕੁਲ, ਤੇ ਪ੍ਰਧਾਨ ਮੰਤਰੀ ਨੂੰ ਸਗੋਂ ਖੁਦ ਜੇ ਕੋਈ ਪਾਪੂਲਰ ਪ੍ਰਧਾਨ ਮੰਤਰੀ ਹੈ, ਜੇ ਵਾਕਿਆ ਹੀ ਹਰਮਨ ਪਿਆਰਾ ਲੋਕਾਂ ਦਾ ਪ੍ਰਧਾਨ ਮੰਤਰੀ ਹੈ, ਤੇ ਡੈਮੋਕ੍ਰੇਸੀ ਦੀ ਕਿਸੇ ਵੀ ਲੋਕਤੰਤਰ ਦੀ ਬੇਸਿਕ ਉਹਦੀ ਸਪਿਰਿਟ ਇਹ ਹੈਗੀ ਹੈ, ਉਹਦਾ ਬੇਸਿਕ ਜਾਣੀ ਅੱਜ ਕੱਲ੍ਹ ਅਸੂਲ ਇਹ ਹੈ ਕਿ ਇਹੋ ਜਿਹੇ ਲੋਕਾਂ ਦੇ ਵਿੱਚ ਆ ਕੇ ਖੜਾ ਹੋਵੇ। ਕਿਹੜੀ ਗੱਲ ਹੈ, ਕੋਈ ਗੋਲੀ ਥੋੜੀ ਮਾਰ ਦੂਗਾ ਕਿ ਲੋਕਾਂ ਨੂੰ, ਜਾਣੀ ਕਿਸਾਨ ਲੀਡਰ ਧੱਕੇ ਖਾ ਕੇ ਗੱਡੀਆਂ ਭੜਕਾਉਂਦੇ। ਲੋਕਾਂ ਦੀ ਆਵਾਜ਼ ਤਾਂ ਸੁਣੀ ਜਾਣੀ ਚਾਹੀਦੀ ਹੈ ਨਾ। ਮੈਂ ਉਹੀ ਗੱਲ ਕਹਿ ਰਿਹਾ ਜੰਡੂ ਜੀ ਕਿ ਇੱਥੋਂ ਕਿਸਾਨ ਇੰਨੀ ਵੱਡੀ ਗਿਣਤੀ 'ਚ ਆਪਣੀਆਂ ਗੱਡੀਆਂ ਭੜਕਾਉਂਦੇ ਦਿੱਲੀ ਜਾਣ, ਉੱਥੋਂ ਜਾ ਕੇ ਕੋਈ ਮਿਲੇ ਵੀ ਨਾ, ਮਗਰੋਂ ਬਾਈਕਾਟ ਕਰਨ, ਮਗਰੋਂ ਉੱਥੇ ਉਹਨਾਂ ਦੇ ਕਾਗਜ਼ ਜਿਹੜੇ ਆ ਫਾੜ ਫੂੜ ਕੇ ਆਪਣਾ ਇੱਟ ਸਿਆਪਾ ਕਰਕੇ ਆ ਜਾਣ। ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਦਾ ਤੇ ਦੇਖੋ ਪੂਰਾ ਪੈਰਾਫਰਨੇਲੀਆ ਅਸੀਂ ਉਹਨਾਂ ਨੂੰ ਪੇ ਕਰਦੇ ਇਸ ਗੱਲ ਲਈ, ਪ੍ਰਧਾਨ ਮੰਤਰੀ ਦੀ ਇੰਨੀ ਸੁਰੱਖਿਆ ਹੁੰਦੀ ਆ, ਉਹ ਆਉਣ ਇੱਥੇ, ਨਾਲੇ ਲੋਕ ਖੁਸ਼ ਹੋਣ, ਆ ਕੇ ਕਿਸਾਨਾਂ ਦੀ ਰੈਲੀ 'ਚ ਪਹਿਲਾਂ ਉਹ ਮੀਟਿੰਗ ਕਰ ਲੈਣ ਲੀਡਰਾਂ ਨਾਲ, ਫਿਰ ਉਹ ਇੱਕ ਸਾਂਝੀ ਰਾਏ ਪਕਾ ਕੇ ਰੈਲੀ ਦੇ ਵਿੱਚ ਆ ਕੇ ਅਨਾਉਂਸ ਕਰਕੇ ਜਾਣ ਕਿ ਮੈਂ ਤੁਹਾਡੀ ਆਹ ਗੱਲ ਜਿਹੜੀ ਆ ਮੈਨੂੰ ਠੀਕ ਲੱਗੀ ਆ, ਮੈਂ ਇਹਦੇ ਨਾਲ ਸਹਿਮਤ ਹਾਂ, ਮੈਂ ਮੰਨਦਾ। ਇਹੋ ਜਿਹੀ ਗੱਲ ਕਰਨ ਦੀ ਜਗ੍ਹਾ, ਇੱਕ ਜਿਹੜਾ ਲੋਕਤੰਤਰ ਦਾ ਬੇਸਿਕ ਅਸੂਲ ਹੈਗਾ, ਕਰਨ ਦੀ ਜਗ੍ਹਾ ਤੁਸੀਂ ਲੋਕਾਂ ਤੋਂ ਲੁਕੇ ਫਿਰਦੇ ਆ, 24 ਘੰਟੇ ਰਾਜਨੀਤੀ ਕਰਦੇ ਆ, ਕਦੇ ਗੁਜਰਾਤ ਚਲੇ ਜਾਂਦੇ ਆ, ਕਦੇ ਟਰੰਪ ਦੇ ਗੁਣ ਗਾਉਣ ਲੱਗ ਜਾਂਦੇ ਆ, ਕਦੇ ਬਿਹਾਰ ਚਲੇ ਜਾਂਦੇ। ਬਾਰ-ਬਾਰ ਇਹ ਕਹਿ ਰਹੇ ਕਿ ਅਸੀਂ ਜੋ ਖੇਤੀ ਕਰੂੰ, ਜੋ ਅਸੀਂ ਕਰ ਦਿੱਤਾ ਉਹੀ ਹੈ, ਤੇ ਕਿਸਾਨਾਂ ਨੂੰ ਉਹੀ ਮੰਨਣਾ ਪਏਗਾ। ਨਹੀਂ, ਹੁਣ ਉਹਦਾ ਕਾਰਨ ਇਹ ਹੈ ਕਿ ਇਸ ਕਰਕੇ ਨਹੀਂ ਕਿ ਉਹ ਸੱਚ ਬੋਲ ਰਿਹਾ, ਇਸ ਕਰਕੇ ਵੀ ਨਹੀਂ ਕਿ ਕੋਈ ਰਾਜ ਧਰਮ ਨਿਭਾ ਰਹੇ ਆ। ਜੰਡੂ ਜੀ, ਅਸਲੀ ਗੱਲ ਇਹ ਹੈ ਕਿ ਮਾਲ ਇੰਨਾ ਛਕ ਲਿਆ ਸਰਕਾਰ ਬਣਾਉਣ ਲਈ ਪਹਿਲਾਂ ਦਾ, ਤੇ ਜਿਨ੍ਹਾਂ ਤੋਂ ਮਾਲ ਛਕਿਆ ਹੁਣ ਉਹਨਾਂ ਦੀ ਬੋਲੀ ਨਹੀਂ ਬੋਲਣਗੇ, ਤੇ ਮੋਦੀ ਜੀ ਫਿਰ ਅਗਲੀ ਵਾਰ ਤੇ ਮੋਦੀ ਨਹੀਂ ਰਹਿਣਗੇ, ਫਿਰ ਤੋਂ ਗੁਜਰਾਤ 'ਚ ਵਾਪਸ ਜਾਣਾ ਪਊਗਾ, ਭਾਵੇਂ CM ਵੀ ਨਾ ਬਣ। ਇਸ ਲਈ PM ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਹਾਂ ਉਹ ਇਹੀ ਹੈ ਕਿ ਜੇ ਉਹਨਾਂ ਨੇ ਉਸ ਗੱਦੀ ਤੇ ਬਣੇ ਰਹਿਣਾ, ਜਿੱਥੋਂ ਇੰਨੇ ਵੱਡੇ ਪੱਧਰ ਤੇ ਪੈਸੇ ਲੈ ਕੇ, ਫੰਡ ਲੈ ਕੇ, ਜਾਂ ਹੁਣ ਜਿਸ ਤਰੀਕੇ ਨਾਲ ਨਵੇਂ ਤਰੀਕੇ ਵੀ ਕੱਢਦੇ ਕਿ ਪਤਾ ਵੀ ਨਹੀਂ ਲੱਗੂਗਾ ਕਿਹੜਾ ਕਿੰਨਾ ਪੈਸਾ ਦੇ ਗਿਆ, ਔਰ ਕੋਈ ਵੀ ਪਾਰਟੀਆਂ ਦੇ RTI ਦੇ ਅੰਦਰ ਤੁਸੀਂ ਪੈਸੇ ਕਿੰਨੇ ਉਹਨਾਂ ਨੂੰ ਕਿੱਥੋਂ ਆਏ ਮੰਗਵਾ ਵੀ ਨਹੀਂ ਸਕਦੇ। ਆਪਣੇ ਤੇ ਪਾਰਟੀਆਂ ਦੇਸ਼ ਦੇ ਵਿੱਚ ਤੇ RTI ਰਾਈਟ ਟੂ ਇਨਫੋਰਮੇਸ਼ਨ ਲਾਉਂਦੀਆਂ, ਆਪਣੇ ਤੇ ਨਹੀਂ ਲਾ ਰਹੀਆਂ। ਇਸ ਗੈਰ ਜਿਹੜੀ ਟਰਾਂਸਪੇਰੈਂਸੀ ਜਿਹਨੂੰ ਕਹਿੰਦੇ ਹਾਂ, ਪਾਰਦਰਸ਼ਤਾ, ਗੈਰ ਪਾਰਦਰਸ਼ਤਾ ਦੇ ਵਿੱਚ ਇਸ ਤਰੀਕੇ ਨਾਲ ਜਦੋਂ ਪਾਰਟੀਆਂ ਜਾਂ ਰਾਜਨੀਤੀ ਕੰਮ ਕਰਦੀ ਹੈ ਤਾਂ ਕੁਦਰਤੀ ਹੈ ਜਿਹੜੀ ਉਹ ਗੱਲ ਆਕੜੇ ਬੈਠੇ ਹੋ। ਇਸ ਕਰਕੇ ਨਹੀਂ ਕਿ ਉਹਨਾਂ ਨੂੰ ਚੀਜ਼ਾਂ ਦੀ ਸਮਝ ਨਹੀਂ, ਇਸ ਕਰਕੇ ਵੀ ਨਹੀਂ ਕਿ ਉਹਨਾਂ ਨੂੰ ਪੰਜਾਬ ਬਾਰੇ
ਕੁਛ ਪਤਾ ਨਹੀਂ ਚੱਲ ਰਿਹਾ ਕਿ ਇੱਥੇ ਹੋ ਕੀ ਰਿਹਾ, ਧਰਤ ਦੇ ਹਾਲਾਤ। ਪਰ ਉਹਨਾਂ ਦੀ ਪਾਰਟੀ ਦਾ ਇੱਥੇ ਵੀ ਤਾਂ ਵਤੀਰਾ ਉਸ ਤਰ੍ਹਾਂ ਦਾ ਹੀ ਹੈ ਜੀ। ਉਹ ਵੀ ਤਾਂ ਹੁਣ ਦੇਖੋ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੀ ਤੁਸੀਂ ਆਪਾਂ ਗੱਲ ਕਰ ਰਹੇ ਹਾਂ ਕੋਲ ਦੀ, ਉਹ ਵੀ ਤਾਂ ਉਹਨਾਂ ਦੇ ਆਗੂਆਂ ਦਾ ਇੱਥੇ ਵੀ ਘਿਰਾਓ ਕਰ ਰਹੀਆਂ, ਪਰ ਉਹਨਾਂ ਦੇ ਵਤੀਰੇ 'ਚ ਵੀ ਕੋਈ ਇਹ ਨਹੀਂ ਹੈ ਕਿ ਉਹ ਪੰਜਾਬ ਪੱਖੀ ਹੈ ਜਾਂ ਕਿਸਾਨ ਪੱਖੀ ਹੈ। ਉਹ ਤਾਂ ਆਪਣੇ ਸਰਕਾਰ ਦੇ ਪੱਖੀ ਗੱਲ ਹੀ ਕਰ ਰਹੇ ਨੇ। ਜੰਡੂ ਜੀ, ਜਦੋਂ ਪਾਰਟੀਆਂ ਦੇ ਅੰਦਰ ਕੋਈ ਵੀ ਲੋਕਤੰਤਰਿਕ ਢਾਂਚਾ ਨਾ ਰਹੇ ਜਾਂ ਲੋਕਤੰਤਰਿਕ ਸੋਚ ਨਾ ਰਹੇ ਤਾਂ ਫਿਰ ਇਹੋ ਕੁਝ ਹੋਣਾ। ਇਸ ਵੇਲੇ ਜਿਸ ਤਰ੍ਹਾਂ ਇੰਦਰਾ ਇਜ਼ ਇੰਡੀਆ, ਇੰਡੀਆ ਇਜ਼ ਇੰਦਰਾ ਕਿਸੇ ਵੇਲੇ ਚੱਲ ਪਿਆ ਸੀ ਨਾ ਐਮਰਜੈਂਸੀ ਤੋਂ ਪਹਿਲਾਂ, ਉਹੋ ਹੀ ਹਾਲਾਤ ਆ ਹੁਣ। ਇਉਂ ਲੱਗਦਾ ਮੋਦੀ ਨੂੰ, ਇਉਂ ਲੱਗਦਾ ਕਿ ਜਦ ਤੱਕ ਮੋਦੀ ਹੈ ਉਦੋਂ ਤੱਕ ਹੀ ਭਾਰਤ ਹੈ, ਨਹੀਂ ਤਾਂ ਭਾਰਤ ਤੇ ਤਬਾਹ ਹੋ ਜਾਊਗਾ। ਜਾਣੀ ਇਸ ਕਿਸਮ ਦੀ ਸੋਚ ਬਣ ਜਾਂਦੀ। ਔਰ ਜਿਹੜੀਆਂ ਇਹ ਪਾਰਟੀਆਂ ਇੱਥੇ ਇਹਨਾਂ ਦੇ ਲੋਕਲ ਲੀਡਰ ਆ, ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਤੇ ਥਾਪੇ ਹੀ, ਅਸੀਂ ਤੇ ਲੈਫਟੀਨੈਂਟ ਹੀ ਉਹਨਾਂ ਦੇ ਆ। ਜਿਹੜਾ ਮੋਦੀ ਨੇ ਜੇ ਤੇ ਉਂਗਲ ਰੱਖਤੀ ਜਾਂ ਅਮਿਤ ਸ਼ਾਹ ਤੇ ਉਂਗਲ ਰੱਖਤੀ, JP ਨੱਡਾ ਨੇ ਰਲ ਮਿਲ ਕੇ, ਤਾਂ ਉਹਨਾਂ ਨੇ ਇੱਥੇ ਜੋ ਵੀ ਲੱਗਣਾ ਉਹ ਸਾਰੀਆਂ ਸ਼ਕਤੀਆਂ ਜਿਹੜੀਆਂ ਉਹ ਆਪਣੇ ਕੋਲ ਲੈ ਚੁੱਕੇ ਆ। ਔਰ ਭਾਰਤ ਦੇ ਅੰਦਰ ਤੇ ਕੋਈ ਇਹੋ ਜਿਹੀ ਚੀਜ਼ ਰਹਿਣ ਹੀ ਨਹੀਂ, ਜਾਣੀ ਸੂਬਿਆਂ ਦੇ ਕੋਲ ਇਹੋ ਜਿਹੀ ਚੀਜ਼ ਕੋਈ ਰਹਿਣ ਹੀ ਨਹੀਂ ਦਿੰਦੇ ਜੰਡੂ ਜੀ। ਇਸੇ ਕਾਰਨ ਆ ਕਿ ਜਦੋਂ ਕੋਈ ਸੱਚ ਬੋਲਣ ਦਾ ਵੇਲਾ ਆਉਂਦਾ, ਜਦੋਂ ਕੋਈ ਚੰਗੀ ਗੱਲ ਲੋਕਾਂ ਦੇ ਜਾਂ ਸੂਬਿਆਂ ਦੇ ਆਮ ਲੋਕਾਂ ਦੇ ਹੱਕ 'ਚ ਕਹਿਣ ਦਾ ਵੇਲਾ ਆਉਂਦਾ, ਤਾਂ ਇਹ ਲੋਕ ਡਰਦੇ ਆ। ਇਹ ਦਿੱਲੀ ਵੱਲ ਦੇਖਦੇ ਆ ਕਿ ਮੋਦੀ ਜੀ ਦੀ ਅੱਖ ਕੀ ਕਹਿੰਦੀ ਆ, ਅਮਿਤ ਸ਼ਾਹ ਦੀ ਅੱਖ ਕੀ ਕਹਿੰਦੀ ਆ, ਉਹੋ ਜਿਹੀ ਆਵਾਜ਼ ਕੱਢਦੇ ਆ। ਇੱਥੇ ਦਾ ਨਮਕ ਖਾ ਕੇ BJP ਦੇ ਲੀਡਰ ਇੱਥੇ ਰਹਿ ਕੇ, ਇੱਥੇ ਸਾਰਾ ਕੁਝ ਤੁਸੀਂ ਸਾਰੀ ਉਮਰ ਰਹੇ ਆ, ਪੰਜਾਬੀ ਬੋਲਦੇ ਆ, ਤਾਂ ਫਿਰ ਤੁਸੀਂ ਜਾ ਕੇ ਦੇ ਕਿਸਾਨੀ ਜਿਹੜੀ ਭੁੱਖੀ ਮਰਦੀ ਜੋ ਉਹ ਕਹਿ ਰਹੇ ਆ, ਜਾਂ ਉਹਨਾਂ ਨੂੰ ਸਮਝਾ ਦਿਓ। ਤੁਸੀਂ ਸਮਝਾਉਣਾ ਵੀ ਨਹੀਂ ਚਾਹੁੰਦੇ, ਅੜੇ ਵੀ ਰਹਿਣਾ ਚਾਹੁੰਦੇ ਆ, ਮੋਦੀ ਦੀ ਗੱਲ ਕਰਦੇ ਆ। ਇਹਦੇ ਨਾਲੋਂ ਮਾੜੀ ਹੋਰ ਕਿਹੜੀ ਗੱਲ ਹੋ ਸਕਦੀ ਹੈ? ਨਹੀਂ, ਇਹਦੇ 'ਚ ਇੱਕ ਤਾਂ ਗੱਲ ਦੇਖੋ ਸਾਫ਼ ਝਲਕਦੀ ਹੈ ਨਾ ਡਾਕਟਰ ਸਾਹਿਬ, ਕਿ ਜਿਹੜੀ ਕੇਂਦਰ ਤੇ ਰਾਜਾਂ ਦੇ ਰਿਸ਼ਤੇ ਆ, ਸਾਡਾ ਜਿਸ ਤਰ੍ਹਾਂ ਸੰਘੀ ਢਾਂਚਾ ਹੈਗਾ, ਉਹਦੇ ਵਿੱਚ ਫਿਰ ਕਿੱਦਾਂ ਅੱਗੇ ਚੱਲੇਗਾ? ਹੁਣ ਅੱਜ ਤਾਂ ਪੰਜਾਬ ਨਾਲ ਇਹ ਹੋ ਰਿਹਾ, ਹੁਣ ਰਾਜਸਥਾਨ ਨੇ ਵੀ ਕੱਲ੍ਹ ਬਿੱਲ ਪਾਸ ਕਰ ਦਿੱਤੇ ਆ 3, ਉਹ ਵੀ ਤਾਂ ਖੇਤੀ ਬਿੱਲ ਹੀ ਆ ਨਾ, ਉਹਨਾਂ ਨੇ ਵੀ ਤਾਂ ਉਸ ਦੇ ਵਿਰੋਧ 'ਚ ਹੀ ਕੀਤਾ ਜੋ ਕੇਂਦਰ ਸਰਕਾਰ ਨੇ ਕੀਤਾ। ਤੇ ਕੱਲ੍ਹ ਨੂੰ ਕੋਈ ਤੀਸਰਾ ਰਾਜ ਕਰ ਦੂ, ਚੌਥਾ ਕਰ ਦੂ, ਫਿਰ ਤਾਂ ਇਹ ਸਿਸਟਮ ਹੀ ਕਿੱਦਾਂ ਚੱਲ ਪਾਏਗਾ? ਦੇਖੋ, ਇਹਦੇ ਸਾਰੀ ਮੂਵਮੈਂਟ ਜਿਹੜੀ ਚੱਲੀ ਹੋਈ ਆ ਔਰ ਜਿਸ ਤਰੀਕੇ ਨਾਲ ਇਹ ਐਕਟ ਆਏ ਆ, ਇਹਦੇ 'ਚ ਇੱਕ ਬੜੀ ਵੈਸੇ ਤਾਂ ਇਹ ਰਾਜਾਂ ਦਾ ਵਿਸ਼ਾ ਨਾ, ਸੰਵਿਧਾਨ ਦੇ ਮੁਤਾਬਕ ਤਾਂ ਇਹ ਰਾਜਾਂ ਦੇ ਘੇਰੇ 'ਚ ਆਉਂਦਾ। ਨਹੀਂ, ਇਹ ਆਉਂਦਾ ਸੀ। ਇਹਨਾਂ ਨੇ ਜਿਹੜਾ ਇੰਟਰਸਟੇਟ ਟ੍ਰੇਡ ਆ ਉਹ ਕਨਕਰੈਂਟ ਲਿਸਟ 'ਚ ਆਈਟਮ ਨੰਬਰ 33 ਦੇ ਵਿੱਚ ਲੈ ਗਏ ਹੋਏ ਆ, ਉਹ ਪੁਰਾਣਾ ਹੀ ਲੈ ਗਏ ਆ। ਉਦੋਂ ਕਿਸੇ ਨੇ ਬਹੁਤਾ ਖਿਆਲ ਨਹੀਂ ਦਿੱਤਾ। ਜਿਹੜਾ ਖੇਤੀ ਆ ਉਹ ਬਾਈ ਐਂਡ ਲਾਰਜ ਜਿਹੜੇ ਉਹਦੇ 8-10 ਪੁਆਇੰਟ ਆ 7th ਸ਼ਡਿਊਲ ਦੇ ਵਿੱਚ, ਉਹ ਸਟੇਟ ਲਿਸਟ ਵਿੱਚ ਹੈਗਾ। ਪਰ ਜਦੋਂ ਇੰਟਰਸਟੇਟ ਟ੍ਰੇਡ ਆਉਂਦਾ, ਜਿਸ ਤਰ੍ਹਾਂ ਇਹਨਾਂ ਨੇ ਕਹਿਤਾ ਜੀ ਅਸੀਂ ਹੁਣ ਸਾਰੇ ਸੂਬਿਆਂ ਦੇ ਵਿੱਚ ਖੇਤੀ ਦੀ ਜਿਹੜੀਆਂ ਜਿਣਸਾਂ ਵੇਚਣ ਲਈ ਖੋਲ੍ਹ ਦਿੱਤਾ। ਪਹਿਲਾਂ ਵੀ ਖੁੱਲ੍ਹਾ ਸੀ, ਜਿਣਸਾਂ ਜਾਂਦੀਆਂ ਸੀ ਬਾਹਰ, ਵਿਕਦੀਆਂ ਸੀ। ਹਾਂ, ਉਸ ਕਰਕੇ ਇਹ ਕਾਨੂੰਨ ਦਿੱਲੀ ਵੱਲੋਂ ਲੈ ਆਇਆ ਤੇ ਧੱਕਾ ਵੀ ਹੈਗਾ। ਇਸ ਕਰਕੇ ਉਸ ਤਰੀਕੇ ਨਾਲ ਉਹਨਾਂ ਨੇ ਟੈਕਨੀਕਲੀ ਤੇ ਆਪਣੀ ਵੱਲੋਂ ਸੋਚ ਸਮਝ ਕੇ ਕੀਤਾ ਹੋਊਗਾ। ਤੁਸੀਂ ਕੋਰਟ 'ਚ ਸ਼ਾਇਦ ਇਸ ਗੱਲ ਨੂੰ ਜਾਂ ਤਾਂ ਕੋਈ ਬਹੁਤ ਹੀ ਤਕੜਾ ਵਕੀਲ ਹੋਵੇ ਕਰ ਸਕੇ, ਛੇਤੀ ਚੈਲੰਜ ਨਹੀਂ ਕਰ ਪਾਓਗੇ। ਪਰ ਸਵਾਲ ਇਹ ਕਿ ਜਿਸ ਗੱਲ ਲਈ ਕਿਸਾਨ ਹੀ, ਤੁਸੀਂ ਝੂਠ ਇੰਨਾ ਕਿਉਂ ਬੋਲਦੇ ਆ? ਇਹ ਕਹਿ ਰਹੇ ਕਿ ਕਿਸਾਨ ਨੂੰ ਅਸੀਂ ਆਜ਼ਾਦ ਕਰ ਰਹੇ ਹਾਂ, ਕਿਸਾਨ ਕਹਿੰਦਾ ਸਾਨੂੰ ਤਬਾਹ ਕਰ ਰਹੇ, ਇਹ ਕਹਿੰਦੇ ਕਿਸਾਨ ਨੂੰ ਅਸੀਂ ਅਮੀਰ ਕਰ ਰਹੇ ਹਾਂ, ਉਹ ਕਹਿੰਦੇ ਕਿ ਸਾਨੂੰ ਤੁਸੀਂ ਕਿਸਾਨਾਂ ਤੋਂ ਮਜ਼ਦੂਰ ਬਣਾ ਰਹੇ ਆ। ਕੁੱਲ ਮਿਲਾ ਕੇ ਕਿਸਾਨ ਜਦ ਖੁਸ਼ ਨਹੀਂ ਹੈ ਤਾਂ ਤੁਸੀਂ ਉਸ ਕਾਨੂੰਨਾਂ ਨੂੰ ਜ਼ਬਰਦਸਤੀ ਉਹਨਾਂ 'ਤੇ ਕਿਉਂ ਥੋਪ ਰਹੇ ਆ? ਜੇ ਤੁਸੀਂ ਸਿਆਣੇ ਆ, ਵਾਕਿਆ ਹੀ ਉਹ ਕੁਝ ਕਰ ਰਹੇ ਆ ਜੋ ਤੁਸੀਂ ਕਹਿ ਰਹੇ ਆ, ਤਾਂ ਉਹਨਾਂ ਨੂੰ ਸਮਝਾ ਦਿਓ। ਕਿਸਾਨਾਂ ਦੇ ਹਿੱਤ 'ਚ ਹੋਵੇ ਤਾਂ ਕਿਸਾਨ ਵੀ ਉਹਨੂੰ ਸਗੋਂ ਸਵਾਗਤ ਕਰਨ। ਕਿਤੇ ਨਾ ਕਿਤੇ ਤਾਂ ਕੋਈ ਗੈਪ ਹੈ ਹੀ ਹੈ ਨਾ। ਤਾਂ ਪ੍ਰੋਫੈਸਰ, ਇੱਥੇ ਸਾਡਾ ਹੈਗਾ ਇੱਕ ਬ੍ਰੇਕ ਦਾ ਟਾਈਮ, ਮਿਲਦੇ ਹਾਂ ਥੋੜ੍ਹੇ ਜਿਹੇ ਬ੍ਰੇਕ ਤੋਂ ਬਾਅਦ, ਤੇ ਗੱਲ ਸਾਡੀ ਇਸ ਤਰ੍ਹਾਂ ਹੀ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ। ਜਿਸ ਤਰ੍ਹਾਂ ਡਾਕਟਰ ਸਾਹਿਬ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਸਾਰੀ ਰਾਸ਼ਟਰਪਤੀ ਦੀ ਭੂਮਿਕਾ ਦੀ, ਪ੍ਰਧਾਨ ਮੰਤਰੀ ਦੀ, ਕੇਂਦਰੀ ਮੰਤਰੀਆਂ ਦੀ, ਜਿਹੜੇ ਰਾਜਾਂ ਦੇ ਹੱਕ ਹੈ, ਰਾਜਾਂ ਦਾ ਅਧਿਕਾਰ ਖੇਤਰ ਹੈ, ਉਹਦੀ ਗੱਲ ਕੀਤੀ ਹੈ। ਕਿਸਾਨ ਅੰਦੋਲਨ ਦੀ ਆਪਾਂ ਗੱਲ ਕਰ ਰਹੇ ਹਾਂ, ਔਰ ਜਿਸ ਤਰ੍ਹਾਂ ਕੇਂਦਰ ਹੁਣ ਕਿਸਾਨ ਅੰਦੋਲਨ ਦੇ ਕਰਕੇ
ਬਦਲਾ ਲਊ ਕਾਰਵਾਈਆਂ ਕਰ ਰਿਹਾ। ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਰੇਲਾਂ ਰੋਕੀਆਂ ਹੋਈਆਂ, ਮਾਲ ਗੱਡੀਆਂ ਨਹੀਂ ਆ ਰਹੀਆਂ, ਉਹਦੇ ਕਰਕੇ ਖਾਦ ਦੀ ਕਮੀ ਹੋ ਰਹੀ ਹੈ, ਕੋਲੇ ਦੀ ਕਮੀ ਹੋ ਰਹੀ ਹੈ, ਹੋਰ ਜ਼ਰੂਰੀ ਵਸਤਾਂ ਘਟ ਰਹੀਆਂ। ਇਕੱਲਾ ਇੱਥੇ ਹੀ ਨਹੀਂ ਇਹ ਗੱਲ, ਕਿਉਂਕਿ ਜੰਮੂ ਕਸ਼ਮੀਰ ਤੋਂ ਵੀ ਇੱਥੋਂ ਹੀ ਹੋ ਕੇ ਗੱਡੀਆਂ ਜਾਂਦੀਆਂ, ਇਸ ਕਰਕੇ ਇਸ ਦਾ ਉਸ ਰਾਜ 'ਤੇ ਵੀ ਅਸਰ ਜਿਹੜਾ ਪੈ ਰਿਹਾ। ਹੁਣ ਜਿਹੜੀ ਆ ਰਹੀ ਹੈ ਖਬਰ ਕਿ ਉਹਦੇ ਮੁਤਾਬਕ ਉਹਨਾਂ ਨੇ 7 ਨਵੰਬਰ ਤੱਕ ਉਹ ਵਧਾਤਾ। ਪਰ ਇਹ ਸਾਰੇ ਸਥਿਤੀ ਦੇ ਵਿੱਚ ਕਿਤੇ ਨਾ ਕਿਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਜਿਹੜੇ ਰਾਜਪਾਲ ਹੈ, ਰਾਜ ਦੇ ਹੁੰਦੇ ਆ, ਜਿਸ ਤਰ੍ਹਾਂ ਚੁਣੀ ਹੋਈ ਸਰਕਾਰ ਹੈ, ਉਹਨੇ ਜੋ ਕੁਝ ਪਾਸ ਕੀਤਾ ਉਹ ਰਾਜਪਾਲ ਦੇ ਰਾਹੀਂ ਜੇ ਕੇਂਦਰ ਤੱਕ ਪਹੁੰਚਣਾ ਜਾਂ ਰਾਸ਼ਟਰਪਤੀ ਤੱਕ ਜਾਣਾ, ਉਹਦੀ ਮਨਜ਼ੂਰੀ ਲੈਣੀ ਹੈ, ਤਾਂ ਉਹਦੀ ਇੱਕ ਭੂਮਿਕਾ ਹੁੰਦੀ ਹੈ। ਔਰ ਭੂਮਿਕਾ ਉਹਦੀ ਇਹ ਹੁੰਦੀ ਹੈ ਕਿ ਜੋ ਕੁਝ ਰਾਜ ਸਰਕਾਰ ਨੇ ਕੀਤਾ ਉਹਨੂੰ ਕੇਂਦਰ ਤੱਕ ਪੁੱਜਦਾ ਕਰੇ ਔਰ ਆਪਣੀ ਸਿਫਾਰਿਸ਼ ਉਹਦੇ 'ਤੇ ਆਪਣੀ ਮੋਹਰ ਲਾਵੇ। ਪਰ ਅਸੀਂ ਦੇਖਿਆ ਹੈ ਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਔਰ ਜਿਸ ਤਰ੍ਹਾਂ ਕਿਸਾਨ ਅੰਦੋਲਨ ਕਰ ਰਿਹਾ 3 ਖੇਤੀ ਬਿੱਲਾਂ ਦੇ ਖਿਲਾਫ, ਤਾਂ ਉਹਨਾਂ ਦੇ ਸਬੰਧ ਦੇ ਵਿੱਚ ਜਦੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਮੁੱਖ ਮੰਤਰੀ ਹੈ ਪੰਜਾਬ ਦੇ, ਉਹਨਾਂ ਨੇ ਇੱਕ ਇਜਲਾਸ ਦੇ ਵਿੱਚ ਮਤਾ ਪਾਸ ਕੀਤਾ ਸੀਗਾ। ਉਹ ਮਤਾ ਵੀ ਜਿਹੜਾ ਰਾਜਪਾਲ ਦੇ ਕੋਲ ਪਿਆ ਰਿਹਾ, ਅਤੇ ਹੁਣ ਵੀ ਜਿਹੜਾ ਕਿਸਾਨ ਜਥੇਬੰਦੀਆਂ ਦੇ ਕਹਿਣ ਦੇ ਉੱਤੇ ਬਕਾਇਦਾ ਇੱਕ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਔਰ ਵਿਸ਼ੇਸ਼ ਇਜਲਾਸ ਦੇ ਵਿੱਚ ਇਹ 3 ਜਿਹੜੇ ਖੇਤੀ ਬਿੱਲ ਸੀਗੇ, ਖੇਤੀ ਸੋਧ ਬਿੱਲ, ਉਹਨਾਂ ਨੇ ਪਾਸ ਕੀਤੇ। ਇੱਕ ਪ੍ਰਸਤਾਵਿਤ ਜਿਹੜਾ ਬਿੱਲ ਹੈ ਬਿਜਲੀ ਸੋਧ ਬਿੱਲ, ਉਸ ਸੰਬੰਧ 'ਚ ਵੀ ਇੱਕ ਮਤਾ ਕੀਤਾ ਔਰ ਸਾਰੇ ਜਿਹੜੇ ਵਿਧਾਨ ਸਭਾ 'ਚ ਹਾਜ਼ਰ ਸੀਗੇ ਵਿਧਾਇਕ, ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਨੂੰ ਛੱਡ ਕੇ, ਉਹ ਸਾਰੇ ਹੀ ਰਾਜਪਾਲ ਨੂੰ ਦੇਣ ਉਹਦੇ ਕੋਲ ਗਏ, ਉੱਥੇ ਜਾ ਕੇ ਮਿਲੇ ਔਰ ਉਹ ਬਿੱਲ ਜਿਹੜੇ ਪਾਸ ਕੀਤੇ ਵਿਧਾਨ ਸਭਾ 'ਚ ਉਹਨਾਂ ਨੂੰ ਦਿੱਤੇ। ਪਰ ਅਜੇ ਤੱਕ ਉਹ ਰਾਜਪਾਲ ਦੀ ਮੇਜ਼ 'ਤੇ ਹੀ ਪਏ ਹੈ। ਕੀ ਰਾਜਪਾਲ ਦੀ ਭੂਮਿਕਾ ਇਹ ਹੈ ਕਿ ਜੋ ਕੁਛ ਉਹ ਕਰਦੀ ਹੈ ਰਾਜ ਸਰਕਾਰ, ਉਸ ਨੂੰ ਰੋਕ ਕੇ ਰੱਖੇ ਜਾਂ ਉਸ ਨੂੰ ਅੱਗੇ ਵਧਾਵੇ? ਤਾਂ ਰਾਜਪਾਲ ਦੀ ਭੂਮਿਕਾ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕੀ ਇਹਦੇ ਬਾਰੇ ਕਹਿਣਾ ਚਾਹੁੰਦੇ ਹੋ? ਦੇਖੋ ਜੰਡੂ ਜੀ, ਇਹ ਜਿਹੜੀਆਂ ਪੋਸਟਾਂ ਆ ਨਾ, ਇਹ ਹੈਗੀਆਂ ਤੇ ਅੰਗਰੇਜ਼ਾਂ ਦੇ ਵੇਲੇ ਦੀਆਂ ਹੀ। ਉਸ ਕਿਸਮ ਨਾਲ ਸੂਬਿਆਂ ਨੂੰ ਜਾਂ ਕੇਂਦਰ ਦੇ ਅਧਿਕਾਰ ਖੇਤਰ ਨੂੰ ਕਿਵੇਂ ਫੈਲਾਉਣਾ ਆ, ਕਿਵੇਂ ਸੂਬਿਆਂ ਦੇ ਉੱਤੇ ਜਿਹੜੇ ਫੈਡਰਲ ਢਾਂਚੇ ਨੂੰ ਕਮਜ਼ੋਰ ਕਰਕੇ ਉਹਨਾਂ 'ਤੇ ਕਬਜ਼ਾ ਕਰਨਾ ਹੈ। ਤੇ ਸੈਂਟਰ ਦੇ ਬੰਦੇ, ਸੈਂਟਰ ਹੀ ਉਹਨਾਂ ਨੂੰ ਲਾਉਂਦਾ ਆ, ਉਹਨਾਂ ਨੂੰ ਹੀ ਅਕਾਊਂਟੇਬਲ ਆ, ਉਹਨਾਂ ਦੀਆਂ ਪਾਰਟੀਆਂ ਦੇ ਬੰਦੇ ਲੱਗਦੇ ਆ। ਇੱਥੇ ਵਾਲਾ ਜਿਹੜਾ ਬਾਂਸਵਾੜੇ 'ਚ ਪਹਿਲਾਂ ਰਾਜਸਥਾਨ 'ਚ ਕੰਮ ਕਰਦਾ ਸੀਗਾ ਗਵਰਨਰ, ਔਰ RSS ਦੇ ਬੰਦੇ ਹੁੰਦੇ ਆ। ਇਸ ਕਰਕੇ ਉਹ ਪੱਕੇ ਠੱਕੇ ਬੰਦੇ ਨੂੰ ਲਾਉਂਦੇ ਆ ਤਾਂ ਕਿ ਜਿਹੜੀ ਸੂਬੇ 'ਚ ਜੋ ਕੁਝ ਵੀ ਹੋ ਰਿਹਾ ਉਹਦੀ ਪਲ ਦੀ ਇਨਫੋਰਮੇਸ਼ਨ ਦਿੱਲੀ 'ਚ ਪਹੁੰਚਾਵੇ ਵੀ ਇੱਥੇ ਆਹ ਹੋ ਰਿਹਾ, ਆਹ ਹੋ ਰਿਹਾ, ਆਹ ਹੋ ਰਿਹਾ। ਉਹ ਤੁਸੀਂ ਜਿਹੜੀ ਪ੍ਰਪੋਜ਼ਲ ਦੇ ਰਹੇ ਆ ਕਿ ਉਹ ਹੈਗੇ ਆ, ਇਸ ਕੰਮ ਲਈ ਰੱਖੇ ਆ ਕਿ ਜੋ ਸੂਬੇ ਦੇ ਅੰਦਰ ਚੰਗੇ ਕੰਮ ਹੁੰਦੇ ਆ, ਅਸੈਂਬਲੀ ਦੇ ਵਿੱਚ ਹੁੰਦੇ ਆ ਜਾਂ ਹੋਰ ਕੰਮ ਹੁੰਦੇ ਆ ਜੋ ਸਰਕਾਰ ਕਰ ਰਹੀ ਆ, ਉਹਦੀ ਟੋਟਲ ਇਨਫੋਰਮੇਸ਼ਨ ਉੱਥੇ ਪਹੁੰਚਾਏ। ਉਹ ਇੰਜ ਐਕਚੁਅਲੀ ਨਹੀਂ ਕਰਦੇ ਅਤੇ ਇਹਦੇ ਉਲਟ ਸਾਰਾ ਕੁਝ ਹੁੰਦਾ। ਇਹੀ ਕਾਰਨ ਆ ਕਿ ਜਦੋਂ 29 ਸਤੰਬਰ ਨੂੰ ਚੀਫ ਮਿਨਿਸਟਰ ਸਾਹਿਬ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਸੀ, ਮੈਂ ਉਹਦੇ ਵਿੱਚੇ ਸੀਗਾ, ਜਦੋਂ ਚੀਫ ਮਿਨਿਸਟਰ ਨੇ ਕਿਹਾ ਕਿ ਮੈਂ ਇਸ ਗੱਲ ਦਾ ਅਸੈਂਬਲੀ ਸੈਸ਼ਨ ਬੁਲਾਊਂਗਾ, ਛੇਤੀ ਬੁਲਾਊਂਗਾ, ਮੈਨੂੰ ਥੋੜ੍ਹਾ ਜਿਹਾ ਜਿਹੜੀ ਟੈਕਨੀਕਲ ਲੀਗਲ ਸਾਰੀ ਉਹ ਤਹਿਕੀਕਾਤ ਕਰਕੇ ਅਤੇ ਚੰਗੇ ਤਰੀਕੇ ਨਾਲ ਕਾਨੂੰਨ ਬਣਾਈਏ ਤਾਂ ਕਿ ਉਹ ਜਾ ਕੇ ਜਦੋਂ ਸੁਪਰੀਮ ਕੋਰਟ ਜੇ ਚੈਲੰਜ ਹੋਵੇ ਤਾਂ ਉਹ ਉੱਥੇ ਡਰੋਪ ਨਾ ਹੋ ਜਾਣ, ਫੇਲ ਨਾ ਹੋ ਜਾਣ। ਤਾਂ ਉਦੋਂ ਬਾਅਦ ਅਜੇ ਚੀਫ ਮਿਨਿਸਟਰ ਸਾਹਿਬ ਬੋਲੇ ਸੀ ਅਤੇ ਗਾਂ ਸੁਨੀਲ ਜਾਖੜ ਖੜਾ ਹੋ ਕੇ, ਜਿਹੜਾ ਕਾਂਗਰਸ ਦੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਹੈ, ਮੀਟਿੰਗ 'ਚ ਬੋਲਿਆ ਕਿ ਦੇਖੋ ਜੀ, ਗੱਲ ਇਹ ਹੈ ਅਸੀਂ ਪਹਿਲਾਂ ਵੀ ਆਰਡੀਨੈਂਸ, ਜਿਹੜੀ ਤੁਸੀਂ ਗੱਲ ਕਹਿ ਰਹੇ ਆ ਕਿ ਅਸੀਂ ਪਹਿਲਾਂ ਵੀ ਆਰਡੀਨੈਂਸ ਜਿਹੜੇ ਆ ਉਹ ਪਾਸ ਕੀਤੇ ਸੀਗੇ। 3 ਆਰਡੀਨੈਂਸਾਂ ਦੇ ਵਿਰੁੱਧ ਅਸੀਂ ਮਤਾ ਪਾਸ ਕੀਤਾ ਸੀਗਾ। ਉਹ ਇੱਥੇ ਗਵਰਨਰ ਕੋਲ ਹੀ ਪਿਆ ਰਿਹਾ, ਇਹ ਕਰਦੇ ਕੁਛ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੇ ਆਪਾਂ ਜਦੋਂ ਨਵੇਂ ਕਾਨੂੰਨ ਬਣਾਵਾਂਗੇ ਜਾਂ ਉਹਨਾਂ ਨੂੰ ਸੋਧਾਂਗੇ, ਸੋਧ ਕੇ ਵਾਪਸ ਕਰਾਂਗੇ ਰਾਸ਼ਟਰਪਤੀ ਦੇ ਦਸਤਖਤ ਹੋਣ ਲਈ ਗਵਰਨਰ ਦੇ ਥਰੂ, ਤੇ ਗਵਰਨਰ ਅੱਗੇ ਤੋਰੇ ਜਾਂ ਨਾ ਤੋਰੇ, ਇਹ ਗਵਰਨਰ ਮੈਨੂੰ ਕੋਈ ਉਮੀਦ ਨਹੀਂ। ਅਤੇ ਉਹ ਕੁਛ ਕਿਸਾਨ ਲੀਡਰ ਉਸ ਮੀਟਿੰਗ 'ਚ ਬੜੇ ਭੜਕ ਗਏ ਸੀਗੇ, ਇਹ ਕਹਿ ਕੇ ਕਿ ਦੇਖੋ ਜੀ, ਕਾਂਗਰਸ ਪ੍ਰਧਾਨ ਤੇ ਹੁਣੇ ਹੀ ਆਪਣਾ ਪੱਲਾ ਝਾੜ ਰਿਹਾ ਕਿ ਸ਼ਾਇਦ ਉਹ ਸੈਸ਼ਨ ਹੀ ਨਾ ਸੱਦਿਆ ਜਾਏ। ਇਸ ਕਿਸਮ ਦਾ ਅੰਦਰ ਸੀਗਾ। ਕਰਦਿਆਂ ਕਰਾਉਂਦਿਆਂ ਬੜੇ ਰੌਲੇ ਤੋਂ ਬਾਅਦ, ਬੜੀਆਂ ਧਮਕੀਆਂ ਤੋਂ ਬਾਅਦ, ਤੁਹਾਨੂੰ ਪਤਾ ਕਿ 20 ਤਰੀਕ ਨੂੰ ਇਹ ਪਾਸ ਕੀਤਾ ਗਿਆ। 15 ਦਿਨ ਹੁਣ ਉਸ ਟੇਬਲ 'ਤੇ ਪਏ ਨੂੰ ਹੋ ਜਾਣੇ ਆ ਜਾਂ ਹੋਣ ਵਾਲੇ ਆ, 2 ਹਫ਼ਤੇ ਹੋ ਹੀ ਗਏ ਆ। ਕੀ ਕਰਦੇ ਆ ਉਹਦੇ ਵਿੱਚ, ਕਿਹੜੀ ਚੀਜ਼ ਆ, ਕਿਹੜਾ ਚੂਝੇ ਨਿਕਲਣੇ ਆ ਹੁਣ ਉਹਦੇ 'ਚ? ਜਿਹੜੀ ਗਵਰਨਰ ਜਿਹੜਾ ਉਹ ਉਡੀਕ ਕਰ ਰਿਹਾ ਕਿ ਚੂੰ ਕਰਨਗੇ ਅਤੇ ਫੇਰ ਹੀ ਮੈਂ ਉਹਦੇ 'ਤੇ ਦਸਤਖਤ ਕਰੂੰਗਾ। ਇਹ ਬਿਲਕੁਲ ਇਹ ਜਿਹੜੀ ਜਿੱਥੇ ਤੁਸੀਂ ਰਹਿੰਦੇ ਆ, ਜਿਸ ਸੂਬੇ 'ਚ ਰਹਿੰਦੇ ਆ, ਉਸ ਸੂਬੇ ਦੇ ਬਾਰੇ ਤੁਸੀਂ ਸੋਚ ਰਹੇ ਹੋ ਕਿ ਕੇਂਦਰ ਦੇ ਬਾਰੇ ਸੋਚ? ਇਹੀ ਮੈਂ ਕਹਿ ਰਿਹਾ ਨਾ ਕਿ ਤੁਸੀਂ ਇਹੀ ਗੱਲ ਬਿਲਕੁਲ BJP ਦੇ ਲੀਡਰਾਂ ਵਾਲਾ ਹੈ। ਅਤੇ ਤੁਸੀਂ ਰਹਿੰਦੇ ਪੰਜਾਬ 'ਚ ਆ, ਪੰਜਾਬ ਦੀਆਂ ਗੱਲਾਂ ਕਰੋ, ਪੰਜਾਬ ਦੇ ਹਿੱਤ ਦੀ ਗੱਲ ਕਰੋ। ਤੁਸੀਂ ਬੋਲ ਰਹੇ ਆ ਮੋਦੀ ਦੀ। ਮੋਦੀ ਕੋਲ ਬਥੇਰਾ ਪੈਸਾ ਆ, ਉਹ ਦਿੱਲੀ 'ਚ ਬੈਠਾ, ਦਿੱਲੀ
ਅਸੈਂਬਲੀ ਤੋਂ ਬਾਹਰ ਵੀ ਚਲੇ ਜਾਊਗਾ। ਇਹਨਾਂ ਜਿਹੜੇ ਬਹੁਤ ਵੱਡੇ ਟਾਪ ਦੇ ਲੀਡਰ ਆ ਉਹਨਾਂ ਨੇ ਦੇਸ਼ ਤੇ ਵਿਦੇਸ਼ ਤੇ ਹੋਰ ਕੋਈ ਉਹਨਾਂ ਨੂੰ ਫਰਕ ਨਹੀਂ ਪੈਂਦਾ। ਪਰ ਤੁਸੀਂ ਤਾਂ ਏਡੇ ਵੱਡੇ ਨਹੀਂ, ਤੁਸੀਂ ਤਾਂ ਇੱਥੇ ਰਹਿਣਾ, ਲੋਕਾਂ 'ਚ ਰਹਿਣਾ, ਲੋਕਾਂ ਨੂੰ ਮਿਲਣਾ ਗਿਲਣਾ। ਜੇ ਤੁਸੀਂ ਵੀ ਇਹਨਾਂ ਆਪਣੇ ਜਿੱਥੇ ਰਹਿੰਦੇ ਹੋ, ਜਿਸ ਸੱਭਿਆਚਾਰ, ਜਿਸ ਇਤਿਹਾਸ, ਜਿਸ ਬੋਲੀ, ਜਿਸ ਜ਼ਮੀਨ ਦੇ ਨਾਲ ਜੁੜੇ ਆ, ਉਹਦੀ ਗੱਲ ਹੀ ਨਹੀਂ ਕਰਨੀ ਚਾਹੁੰਦੇ। ਨਹੀਂ, ਫਿਰ ਇਹਦੇ ਤੇ ਤਾਂ ਇਹੀ ਲੱਗਦਾ ਨਾ ਡਾਕਟਰ ਸਾਹਿਬ ਕਿ ਲੋਕਾਂ ਦੀ ਜਿਹੜੀ ਚੁਣੀ ਹੋਈ ਸਰਕਾਰ ਹੈ, ਜਿਹੜੀ ਲੋਕਾਂ ਦੀ ਨੁਮਾਇੰਦਾ ਸਰਕਾਰ ਹੈ, ਉਹਦੇ ਨਾਲ ਤਾਂ ਫਿਰ ਗਵਰਨਰ ਜ਼ਿਆਦਾ ਪਾਵਰਫੁਲ ਹੈ। ਇਹ ਤੁਹਾਡਾ ਇੱਕ ਬਹੁਤ ਵੱਡਾ ਪੁਆਇੰਟ ਆ, ਡੈਮੋਕ੍ਰੇਸੀ ਦਾ ਵੱਡਾ ਲੈਕੁਨਾ ਆ। ਮੈਨੂੰ ਲੱਗਦਾ ਕਿ ਇਸ ਗੱਲ ਦੇ ਉੱਤੇ ਜਿਵੇਂ ਨਾ ਕੀਤੀ ਹੈਗੀ ਆ, ਰਾਸ਼ਟਰਪਤੀ ਨੇ ਵੀ, ਗਵਰਨਰ ਆਪਣੇ ਦਸਤਖਤ ਨਹੀਂ ਕੀਤਾ, ਉਹ ਬੈਠਾ ਹੋਇਆ ਆ। ਪਹਿਲੀ ਗੱਲ ਤੇ ਕਿ ਰਾਸ਼ਟਰਪਤੀ ਨੂੰ ਜੋ ਮਰਜ਼ੀ ਵੀ ਹੋਵੇ, ਉਹਦੇ ਕੋਲ ਬਿੱਲ ਆਏ ਜਾਂ ਨਹੀਂ ਆਏ, ਗੱਲ ਤਾਂ ਸੁਣਨੀ ਚਾਹੀਦੀ ਨਾ। ਬਿਲਕੁਲ ਉਹਨਾਂ ਨੂੰ ਬੁਲਾਉਣਾ ਚਾਹੀਦਾ ਸੀ, ਚਾਹ ਪਾਣੀ ਪਿਲਾਉਣੀ ਚਾਹੀਦੀ ਸੀ, ਔਰ ਇੱਕ ਚੰਗਾ ਮਾਹੌਲ, ਸਖਾਵਾਂ ਮਾਹੌਲ ਬਣਦਾ ਜਿਹੜਾ ਇਸ ਵੇਲੇ ਟਕਰਾਅ ਪਹਿਲਾਂ ਬਣਿਆ ਸੀ, ਉਹਦੇ 'ਚ ਥੋੜਾ ਜਿਹਾ ਹਲਕਾਪਣ ਆਉਂਦਾ, ਸਖਾਵਾਂ ਮਾਹੌਲ ਬਣਦਾ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਉਹ ਜੇ ਨਹੀਂ ਕੀਤਾ, ਮਤਲਬ ਮੈਂ ਤਾਂ ਕਹੂੰਗਾ ਕਿ ਬਹੁਤ ਅਕਲਮੰਦੀ ਦਾ ਕੰਮ ਨਹੀਂ। ਤੇ ਗਵਰਨਰ ਜੇ ਨਹੀਂ ਕਰਦਾ, ਤੇ ਕੱਲ੍ਹ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੈ, ਹੋ ਸਕਦਾ ਮੈਂ ਵੀ ਉੱਥੇ ਜਾਵਾਂ। ਤੇ ਮੈਨੂੰ ਤਾਂ ਲੱਗਦਾ ਕਿ ਜਦੋਂ 5 ਤਰੀਕ ਦਾ ਚੱਕਾ ਜਾਮ ਹੁੰਦਾ, ਉਦੋਂ ਬਾਅਦ ਵਿੱਚ ਗਵਰਨਰ ਦੇ ਘਰ ਦਾ ਵੀ ਚੱਕਾ ਜਾਮ ਕਰਨਾ ਪਊਗਾ। ਮੈਨੂੰ ਲੱਗਦਾ ਆਲ ਪ੍ਰੋਬੇਬਿਲਿਟੀ ਕੱਲ੍ਹ ਇਹੋ ਜਿਹਾ ਕੋਈ ਫੈਸਲਾ ਹੋਊਗਾ, ਜਿਵੇਂ ਜੋ ਮੈਸੇਜ ਚਲਾ ਗਿਆ ਕਿ ਕਿਸਾਨ ਜਥੇਬੰਦੀਆਂ ਫਿਰ ਇਹ ਗਵਰਨਰ ਸਾਹਿਬ ਦਿੱਲੀੋਂ ਹੀ ਆਪਣਾ ਜੋ ਵੀ ਹੋਊਗਾ ਗਵਰਨਰ ਹੀ ਚਲਾਉਣਗੇ। ਇੱਥੇ ਤੇ ਫਿਰ ਬਹੁਤ ਮਾੜੀ ਗੱਲ ਹੈ। ਇਹ ਤੇ ਇੱਕ ਤੁਸੀਂ ਚੁਣੀ ਹੋਈ ਇਲੈਕਟਡ ਪੋਸਟ ਆ, ਜਿਹਦੇ ਲਈ ਜਿਹੜੇ ਟੈਕਸ ਪੇਅਰਸ ਮਨੀ ਹੈ ਉਹਨਾਂ ਨੂੰ ਉਹ ਪੇ ਕਰਦੇ ਆ, ਗਵਰਨਰ ਨੂੰ ਪੇ ਕਰਦੇ ਆ, ਉਹਦੀ ਮੇਨਟੇਨੈਂਸ ਕਰਦੇ, ਫਿਰ ਉਹ ਕੰਮ ਨਹੀਂ ਕਰਨਾ, ਕਾਹਦੇ ਲਈ ਰੱਖਿਆ? ਜਾਂ ਤਾਂ ਖਤਮ ਕਰ ਦਿਓ। ਸਾਰੀ ਦੇਖੋ ਨਾ ਡਾਕਟਰ ਸਾਹਿਬ, ਵਿਧਾਨ ਸਭਾ ਉੱਠ ਕੇ ਉਹਨਾਂ ਦੇ ਘਰ ਗਈ, ਉਹਨਾਂ ਦੇ ਉੱਥੇ ਭਵਨ 'ਚ ਗਈ, ਉਹਨਾਂ ਨੂੰ ਜਾ ਕੇ ਉਹਨਾਂ ਨੇ ਕਿਹਾ ਕਿ ਵੀ ਇਹਨੂੰ ਤੁਸੀਂ ਅੱਗੇ ਪੁੱਛਦਾ ਕਰੋ। ਬੈਂਸ ਬ੍ਰਦਰ ਦਾ ਤੇ ਇਹ ਵੀ ਬਿਆਨ ਆਇਆ ਸੀਗਾ ਵੀ ਜਿਸ ਢੰਗ ਦੇ ਨਾਲ ਜੰਡੂ ਜੀ ਉੱਥੇ ਬਿਹੇਵ, ਜਾਣੀ ਉਹਨਾਂ ਨੇ ਇਹ ਕਿਹਾ ਕਿ ਮਿਸਬਿਹੇਵ ਕੀਤਾ ਗਿਆ, ਕਿ ਇਹਦੇ ਵਿਰੁੱਧ ਵੀ ਜਿਹੜਾ, ਹਾਂ ਸਾਰਿਆਂ ਨੂੰ ਕਿਤੇ ਬੈਠਣ ਲਈ ਚੱਜ ਨਾਲ ਨਹੀਂ ਕਿਹਾ, ਬਾਰ-ਬਾਰ ਰਹੋ, ਜਾਣੀ ਆਫਟਰ ਆਲ ਇਲੈਕਟਡ ਬੰਦੇ ਹੈਗੇ ਆ। ਤੁਹਾਡਾ ਕੋਈ ਉਂਝ ਰਾਜਨੀਤਿਕ ਤੌਰ 'ਤੇ, ਵਿਚਾਰਧਾਰਕ ਤੌਰ 'ਤੇ ਤੁਸੀਂ ਅਣਸਖਾਵਾਂ ਮਹਿਸੂਸ ਕਰ ਸਕਦੇ ਆ ਕਿ ਇੰਨੇ ਕਾਂਗਰਸੀ ਜਾਂ ਬੈਂਸ ਬ੍ਰਦਰਜ਼ ਜਿਹੜੇ ਆਪਣੇ ਹੈ ਨਾ LIP ਵਾਲੇ ਆ, ਲੋਕ ਇਨਸਾਫ ਪਾਰਟੀ ਵਾਲੇ, ਘਰ ਆਏ ਦਾ ਇੰਨਾ ਕੁ ਤਾਂ ਮਾਨ ਤਾਨ ਕਰੀਦਾ ਹੀ ਹੈ। ਆਹੋ, ਇਹਨਾਂ ਦੇ ਕਿਹੜੇ ਆਪਣੇ ਘਰ ਆ, ਟੈਂਪਰੇਰੀ ਘਰ, ਇੱਥੇ ਬੰਗਲੇ ਦਿੱਤੇ ਹੋਏ ਆ ਇਹਨਾਂ ਨੂੰ, ਇਸ ਤਰ੍ਹਾਂ ਦੀ ਕੋਈ ਉਹਨਾਂ ਦੇ ਵਿੱਚ ਇਹ ਫੀਲਿੰਗ ਨਹੀਂ ਹੈਗੀ। ਤਾਂ ਉਹਨਾਂ ਨੇ ਕਿਹਾ ਸੀ ਕਿ ਇਸ ਦਾ ਸੈਂਸਰ ਕਰਨਾ ਚਾਹੀਦਾ, ਜਿਹਨੂੰ ਕਹਿੰਦੇ ਆ ਕਿ ਅਸੈਂਬਲੀ 'ਚ ਜਾ ਕੇ ਸਾਡੇ ਨਾਲ ਮਿਸਬਿਹੇਵ ਕੀਤਾ। ਗੱਲ ਉਹਨਾਂ ਦੀ ਠੀਕ ਹੈ ਕਿ ਸਾਨੂੰ ਇੱਕ ਇੱਜ਼ਤ ਮਾਣਨਾ, ਚੁਣੇ ਹੋਏ ਲੋਕ ਆ, ਜੇ ਉੱਥੇ ਨਹੀਂ ਮਿਲਦਾ ਗਵਰਨਰ ਕੋਲ ਤੇ ਫਿਰ ਉੱਥੇ ਲੈਣ ਕੀ ਜਾਣਾ। ਤੇ ਮੇਰਾ ਖਿਆਲ ਹੈ ਕਿ 115 ਲੋਕ ਕਾਫੀ ਹੁੰਦੇ ਆ ਚੁਣੇ ਹੋਏ। ਜੇ ਨਹੀਂ ਦਸਤਖਤ ਕਰਦਾ ਤੇ ਉੱਥੇ ਧਰਨਾ ਨਹੀਂ ਦਿੰਦੇ ਤੇ ਉਹਨੂੰ ਬਾਹਰ ਨਾ ਨਿਕਲ ਦੇਣ, ਅੰਦਰ ਬੈਠੇ, ਫਿਰ ਅੰਦਰ ਹੀ ਜੋ ਕਰਨਾ ਕਰੇ। ਡਾਕਟਰ ਸਾਹਿਬ ਇਹੀ ਹੋਇਆ ਨਾ ਅਲਟੀਮੇਟਲੀ, ਜੇ ਨਹੀਂ ਤੁਸੀਂ ਸਮਾਂ ਦਿੱਤਾ ਤਾਂ ਹੁਣ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਐਲਾਨ ਕਰ ਰੱਖਿਆ ਸੀ, ਉਹਨਾਂ ਨੇ ਦਿੱਲੀ ਧਰਨਾ ਦੇਣ ਦਾ ਫੈਸਲਾ ਕਰ ਲਿਆ ਰਾਜਘਾਟ ਤੇ। ਅਖੀਰ ਤਾਂ ਫਿਰ ਇਹੀ ਹੈ ਨਾ, ਗੱਲ ਤਾਂ ਇੱਧਰ ਨੂੰ ਹੀ ਗਾਂਹ ਜਾਏਗੀ ਨਾ। ਮੈਂ ਕਹਿੰਦਾ ਇਕੱਲਾ ਚੁਣਿਆ ਹੋਇਆ ਥੋੜ੍ਹੇ ਬੰਦਿਆਂ ਨਾਲ ਨਾ ਕਰਨ। ਇਹ ਇੱਕ ਠੀਕ ਹੈ ਕਿ ਜਿਸ ਤਰ੍ਹਾਂ ਤੁਣਕ ਥੋੜ੍ਹਾ ਜਿਹਾ ਤੁਣਕਣੀ ਵੱਜੀ ਜਾਂਦੀ ਆ ਕਿ ਇੱਕ ਖਬਰਾਂ ਦੇ ਵਿੱਚ ਆਈ ਜਾਂਦੇ ਆ, ਹੁਣ ਕੈਪਟਨ ਨੇ ਆਹ ਕਰਤਾ, ਹੁਣ ਇਹ ਕੈਪਟਨ ਨੇ ਆਹ ਕਰਤਾ। ਪਰ ਕਾਂਗਰਸ ਕੋਲੋਂ ਵੀ ਇੰਨੇ ਤਕਰੀਬਨ 80 MLA ਹੈਗੇ, ਇਹਦਾ ਮਤਲਬ ਇੰਨੀਆਂ ਵੋਟਾਂ, ਕੋਈ ਨਾ ਕੋਈ ਫੋਲੋਇੰਗ ਵੀ ਹੈਗੀ ਆ। ਉਸ ਦਾ ਵੱਡੇ ਪੱਧਰ 'ਤੇ ਜੇ 3 ਦਿਨ ਇਕੱਲਾ ਸੜਕਾਂ ਦੇ ਉੱਤੇ ਟਰੈਕਟਰ ਚਲਾ ਕੇ ਨਹੀਂ ਨਾ ਰਾਹੁਲ ਦਾ ਚੱਲੂਗਾ, ਹੈ ਨਾ। ਇੱਕ ਦਿਨ ਫੋਟੋਆਂ ਫਾਟੂਆਂ ਲਵਾ ਲੀਆਂ ਤੁਸੀਂ, ਕੈਪਟਨ ਵੀ ਸਾਹਿਬ ਵੀ ਚੜ੍ਹ ਗਏ ਮਡਗਾਰਡ 'ਤੇ ਬਹਿ ਗਏ ਰਾਹੁਲ ਦੇ ਨਾਲ, ਦੂਜੇ ਪਾਸੇ ਸੁਨੀਲ ਜਾਖੜ ਬਹਿ ਗਏ, ਹੋਰ ਪਿੱਛੇ ਸਿੱਧੂ ਵੀ ਬਹਿ ਗਿਆ ਇੱਕ ਅੱਧਾ ਦਿਨ। ਇਹ ਸਾਰਾ ਕੰਮ ਇਸ ਤਰ੍ਹਾਂ ਨਹੀਂ ਚੱਲੂਗਾ। ਇਹਨਾਂ ਨੂੰ ਸੀਰੀਅਸ ਹੋਣਾ ਪਊਗਾ ਕਿ ਜੇ ਬਾਕੀ ਦੇ ਕਿਸਾਨ, ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਫਾਲੋਵਰ ਆ, ਉਹ ਇੰਨੇ ਵੱਡੇ ਪੱਧਰ 'ਤੇ ਮੋਰਚਾ ਬੰਦੀ ਕਰੀ ਬੈਠੇ ਆ, ਆਮ ਆਦਮੀ ਪਾਰਟੀ ਕਿਉਂ ਨਹੀਂ ਦਿੱਲੀ ਵੱਲ ਮਾਰਚ ਕਰਦੀ ਜੀ? ਉਹਨਾਂ ਨੂੰ ਕੀ ਇੱਥੇ ਜਿੱਥੇ 5-5 ਲੱਖ ਦੀਆਂ ਰੈਲੀਆਂ ਹੁੰਦੀਆਂ ਸੀ। ਦੇਖੋ ਪਹਿਲਾਂ ਉਹਨਾਂ ਨੇ ਸਹਿਮਤੀ ਦਿੱਤੀ ਰਾਜਪਾਲ ਦੇ ਭਵਨ ਤੱਕ, ਉੱਥੇ ਜਾ ਕੇ ਉਹ ਬਕਾਇਦਾ ਬਿੱਲ ਰਾਜਪਾਲ ਦੇ ਸਪੁਰਦ ਕਰਨ ਤੱਕ ਗਏ, ਤੇ ਹੁਣ ਉਹ ਵੀ ਪਿੱਛੇ ਹਟ ਰਹੇ। ਤਾਂ ਇਹ ਤੁਸੀਂ ਇਸ ਨੂੰ ਸਾਰੇ ਨੂੰ ਕਿਸ ਤਰ੍ਹਾਂ ਵੇਖਦੇ ਹੋ? ਨਹੀਂ, ਉਹ ਜੰਡੂ ਜੀ, ਉਹ ਠੀਕ ਹੈ ਤੁਹਾਡੀ ਗੱਲ। ਮੈਂ ਇਹ ਕਹਿਣਾ ਕਿ ਜਦੋਂ ਪੰਜਾਬ ਦੇ ਅੰਦਰ ਇੰਨਾ ਧੱਕਾ ਹੋ ਰਿਹਾ, ਜਦੋਂ ਕਿਸਾਨ ਬੈਠੇ ਆ ਔਰ ਇਹ ਵੋਟਾਂ ਲੈ ਕੇ ਕਿਸਾਨਾਂ ਦੀਆਂ ਬਣੇ ਹੋਏ ਆ ਸਾਰੇ, ਕੀ ਕਿਸਾਨਾਂ ਪ੍ਰਤੀ ਇਹਨਾਂ ਪਾਰਟੀਆਂ ਦੀ ਕੋਈ ਆਪਣੇ ਤੌਰ 'ਤੇ ਭੂਮਿਕਾ ਨਹੀਂ ਬਣਦੀ? ਮੇਰਾ ਕਹਿਣਾ ਆ ਕਿ 5 ਤਰੀਕ ਨੂੰ ਪਰਸੋਂ ਨੂੰ ਚੱਕਾ ਜਾਮ ਹੈਗਾ, ਉਹ ਗੱਲ ਇੱਕ ਅਲੱਗ ਹੈਗੀ। ਪਰ 26-27 ਨੂੰ ਦਿੱਲੀ ਚੱਲੋ ਦਾ ਮਾਰਚ ਆ, ਉੱਥੇ ਸਾਰੇ ਕਿਸਾਨਾਂ ਨੇ ਅਲੱਗ-ਅਲੱਗ ਸੂਬਿਆਂ 'ਚੋਂ ਆ ਕੇ ਦਿੱਲੀ ਵੱਲ ਨੂੰ ਮਾਰਚ ਕਰਨਾ। ਉਦੋਂ ਪਹਿਲਾਂ ਕਿਸਾਨ, ਇਹਨਾਂ ਆਰਗੇਨਾਈਜ਼ਡ ਪਾਰਟੀਆਂ ਕੋਲ ਤਾਂ ਪੈਸੇ ਦੀ ਕਮੀ ਨਹੀਂ, ਰਿਸੋਰਸਿਸ ਦੀ ਕਮੀ ਨਹੀਂ, ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ, ਕਾਡਰ ਵੀ ਹੈਗਾ, ਵੋਟ ਬੰਦੇ ਵੀ ਹੈਗੇ, ਸਟਰਕਚਰ ਹੈਗਾ, ਸੋਲਿਡ ਇਹਨਾਂ ਕੋਲ ਢਾਂਚਾ। ਉਹ ਕਿਸਾਨ ਵੀਰਾਂ ਨੂੰ ਲੈ ਕੇ, ਭਾਵੇਂ ਕਾਂਗਰਸ ਹੋਵੇ, ਭਾਵੇਂ ਅਕਾਲੀ ਦਲ ਹੋਣ, ਭਾਵੇਂ ਆਮ ਆਦਮੀ ਪਾਰਟੀ ਹੋਵੇ, ਜੇ ਇਕੱਠੇ ਨਹੀਂ ਤਾਂ ਅਲੱਗ-ਅਲੱਗ ਚੱਲ ਪੈਣ। ਇੱਕ ਦਿਨ ਵੱਡਾ ਜਲੂਸ 10,000 20,000 ਦਾ ਲੈ ਕੇ ਜਿਹੜੀ ਆਮ ਆਦਮੀ ਪਾਰਟੀ ਜਾਵੇ,
ਦੂਜੇ ਦਿਨ ਅਕਾਲੀ ਚਲੇ ਜਾਣ ਦਿੱਲੀ ਵੱਲ ਜਾ ਕੇ ਉੱਥੇ ਉਦਮ ਮਚਾਉਣ, ਤੀਜੇ ਦਿਨ ਕਾਂਗਰਸ ਚਲੇ ਜਾਏ, ਤੇ ਪਤਾ ਲੱਗੂਗਾ ਨਾ ਗਵਰਨਰ ਕਿਵੇਂ ਨਹੀਂ ਦਸਤਖਤ ਕਰਦਾ। ਤੇ ਇਸ ਕਰਕੇ ਸਰਕਾਰ ਨੂੰ ਬਿਲਕੁਲ ਸਰਕਾਰੀ ਤੰਤਰ ਮੰਤਰ ਤੱਕ ਨਹੀਂ, ਜਿਹੜੀ ਗੱਲ ਤੁਸੀਂ ਕਹਿ ਰਹੇ ਆ ਆਪਣੇ ਡਾਕਟਰ ਸਾਹਿਬ, ਇਹ ਪਹਿਲਾਂ ਫਿਰ ਗਵਰਨਰ ਹਾਊਸ ਵਾਲੀ ਨਹੀਂ ਹੋਣੀ ਚਾਹੀਦੀ? ਨਹੀਂ, ਉਹ ਤੇ ਹੈ ਹੀ ਹੈ। ਮੈਂ ਇਹ ਕਹਿੰਦਾ ਕਿਉਂਕਿ ਕਿਸਾਨ 26 ਨੂੰ ਦਿੱਲੀ ਜਾ ਰਹੇ ਆ, ਇਕੱਲੇ ਕਿਸਾਨ ਕਿਉਂ ਜਾਣ? ਇਹ ਪਾਰਟੀਆਂ ਸਿਰਫ ਵੋਟਾਂ ਬਟੋਰਨ ਲਈ ਤੇ ਰਾਜ ਕਰਨ ਲਈ ਬਣੀਆਂ। ਜਦ ਆਮ ਬੰਦਿਆਂ ਦੇ ਉੱਤੇ ਇੰਨੀ ਭੀੜ ਪਈ ਹੈ ਤੇ ਹੁਣ ਪਾਰਟੀਆਂ ਉਹਨਾਂ ਦਾ ਹੱਥ ਕਿਉਂ ਨਹੀਂ ਫੜਦੀਆਂ? ਉਹ ਹੁਣ ਗਾਂ ਠੰਡ ਆ ਜਣੀ ਹੈ, ਨਵੰਬਰ ਆ ਗਿਆ, ਦਸੰਬਰ ਦੇ ਵਿੱਚ ਇਹ ਲੰਮਾ ਸਟਰਗਲ ਚੱਲਣਾ। ਸਾਰਿਆਂ ਨੂੰ ਪਤਾ ਕਿ ਐਡੀ ਛੇਤੀ ਕੁਝ ਹੋਣ ਵਾਲਾ ਨਹੀਂ। ਕਿ ਇਹ ਉਹਨਾਂ ਦਾ ਹੀ ਫਰਜ਼ ਬਣਦਾ? ਇਹਨਾਂ ਨੇ ਸਿਰਫ ਰਾਜ ਦੇ ਜਿਹੜੀ ਸੱਤਾ ਹੀ ਭੋਗਣੀ ਆ? ਇਸ ਤਰ੍ਹਾਂ ਨਹੀਂ ਹੈ, ਇਹਨਾਂ ਪਾਰਟੀਆਂ ਦਾ ਵੀ ਸਾਰੀਆਂ ਪਾਰਟੀਆਂ ਨੂੰ ਅੱਗੇ 2022 ਦੀਆਂ ਚੋਣਾਂ ਵੀ ਤਾਂ ਦਿਸ ਰਹੀਆਂ ਨਾ ਜੀ। ਉਹ ਚੋਣਾਂ ਦੀਆਂ ਸਾਰੀਆਂ ਤਿਆਰੀਆਂ ਕਰ ਰਹੇ, ਕਿਸੇ ਨੇ ਨਹੀਂ ਵੋਟਾਂ ਪਾਉਣੀਆਂ। ਇਹ ਜਾ ਕੇ ਪਿੰਡਾਂ 'ਚ ਵੜ ਕੇ ਦੇਖਣ, ਜੇ ਕੁਛ ਨਹੀਂ ਕਰਨਗੇ ਕਿਸੇ ਨੇ ਨਹੀਂ ਵੋਟਾਂ। ਇਹ ਕਾਂਗਰਸ ਵੀ ਐਵੇਂ ਨਾ ਮੁੱਛਾਂ ਨੂੰ ਤਾਦ ਹੀ ਬੈਠੇ ਕਿ ਸਾਨੂੰ ਲੋਕ ਜਿਹੜੇ ਆ, ਕਿਉਂਕਿ ਅਕਾਲੀ ਕਿਤੇ ਐਕਟਿਵ ਨਹੀਂ ਦਿਖ ਰਹੇ, ਆਮ ਆਦਮੀ ਪਾਰਟੀ ਥੋੜ੍ਹੀ ਜਿਹੀ ਪਹਿਲਾਂ ਨਾਲੋਂ ਥੋੜ੍ਹੀ ਮਾਰਜਨਲਾਈਜ਼ ਹੋਈ ਆ, ਤੇ ਹੁਣ ਇਹਨਾਂ ਨੂੰ ਆਟੋਮੈਟਿਕਲੀ ਲੋਕ ਵੋਟਾਂ ਪਾ ਦੇਣਗੇ। ਇੰਜ ਨਹੀਂ ਹੋਣਾ। ਇਹ ਧਰਾਤਲ ਤੇ ਕੁਛ ਕਰਨ, ਨਹੀਂ ਤੇ ਲੋਕ ਕਿਸਾਨ ਇੱਕ ਆਪਣੀ ਨਵੀਂ ਪਾਰਟੀ ਬਣਾ ਕੇ ਬੈਠ ਜਾਣਗੇ। ਇੱਥੇ ਬਥੇਰੇ ਲੋਕ ਆ ਪਾਰਟੀ ਬਣਾਉਣਗੇ, ਜੇ ਵੋਟਾਂ ਹੀ ਪਾਉਣੀਆਂ ਤੇ ਫਿਰ ਉਹਨਾਂ ਲੋਕਾਂ ਨੂੰ ਵੋਟਾਂ ਪੈਣਗੀਆਂ ਜੰਡੂ ਜੀ, ਜਿਹੜੇ ਲੋਕਾਂ ਨੂੰ ਦਿਖਣਗੇ, ਲੋਕਾਂ ਲਈ ਇਮਾਨਦਾਰ ਲੱਗਣਗੇ, ਜਿਨ੍ਹਾਂ 'ਚ ਪਾਰਦਰਸ਼ਤਾ ਆਊਗੀ, ਜਿਹੜੇ ਲੋਕਾਂ ਲਈ ਵਾਕਈ ਖੜੇ ਹੋਣਗੇ। ਕਿਤੇ ਡਾਕਟਰ ਸਾਹਿਬ ਇਹ ਵੀ ਲੱਗਦਾ ਹੈ ਕਿ ਜਦੋਂ ਇਹ ਸਾਰੀ ਸਥਿਤੀ ਹੈ ਉਦੋਂ ਕੁਝ ਲੋਕ ਹੋਰ ਤਰ੍ਹਾਂ ਸੋਚਦੇ ਆ, ਤੇ ਜਦੋਂ ਵੋਟਾਂ ਪਾਉਣ ਦਾ ਵੇਲਾ ਆਉਂਦਾ ਉਦੋਂ ਥੋੜਾ ਜਿਹਾ ਫਰਕ ਨਹੀਂ ਪੈ ਜਾਂਦਾ ਇਸ ਗੱਲ 'ਚ? ਨਹੀਂ, ਇਹ ਹਮੇਸ਼ਾ ਤੇ ਹੋਇਆ, ਪਰ ਜਿੰਨੀ ਜਾਗਰੂਕਤਾ ਹੁਣ ਲੋਕਾਂ 'ਚ ਆਈ ਹੈ, ਇਹ ਮਤ ਸਮਝੋ ਕਿ ਲੋਕ ਉਸੇ ਤਰ੍ਹਾਂ ਪਿਛਲੀ ਵਾਰਾਂ ਵਾਂਗੂ ਹੀ ਜਾ ਕੇ ਤੇ ਇਹਨਾਂ ਆਰਗੇਨਾਈਜ਼ਡ ਪਾਰਟੀਆਂ ਨੂੰ ਹੀ ਵੋਟਾਂ ਪਾਉਣਗੇ। ਉਹ ਆਪਣਾ ਕੁਝ ਨਵਾਂ ਚੀਜ਼ ਵੀ ਕੱਢ ਸਕਦੇ ਆ। ਪੰਜਾਬ ਦੇ ਲੋਕ ਜਿਹੜੇ ਆ ਉਹ ਇੱਕ ਛੋਟਾ ਜਿਹਾ ਸੂਬਾ ਆ ਔਰ ਇੱਕ ਦੂਜੇ ਨਾਲ ਵੈਲ ਕਨੈਕਟਡ ਹੈਗੇ ਆ। ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਜ਼ਮਾਨਾ ਆ। ਤੁਸੀਂ ਦੇਖਿਓ ਸਹੀ ਆਉਣ ਵਾਲੇ 6 ਮਹੀਨਿਆਂ 'ਚ ਕੀ ਹੁੰਦਾ। ਇਹ ਜੇ ਬੈਠੇ ਰਹੇ, ਜੇ ਇਹਨਾਂ ਨੇ ਡਟ ਕੇ ਕੁਛ ਨਾ ਕੀਤਾ, ਤਾਂ ਇਹ ਗੱਲ ਮੈਨੂੰ ਪੂਰਨ ਵਿਸ਼ਵਾਸ ਆ ਕਿ ਘੱਟੋ ਘੱਟ ਲੋਕ ਨੋਟਾਂ ਤੇ ਲੋਕ ਜਿਹੜੇ ਆਪਣੀ ਮੋਹਰ ਲਾ ਕੇ ਆ ਜਾਣਗੇ, ਇਹਨਾਂ ਨੂੰ ਵੋਟ ਨਹੀਂ ਪਾਉਣਗੇ। ਪਰ ਚਾਹੀਦਾ ਪੋਜ਼ਿਟਿਵ ਸਟੈਪ ਆਊਗਾ। ਨੋਟਾਂ ਦੀ ਜਗ੍ਹਾ ਕਿਸਾਨਾਂ ਨੂੰ, ਹੋਰ ਜਿਹੜੇ ਇੰਟੈਲੈਕਚੁਅਲਸ ਆ, ਹੋਰ ਜਿਹੜੇ ਸੋਸ਼ਲ ਐਕਟੀਵਿਸਟ ਹੈਗੇ ਆ, ਜਿਹੜੇ ਜਾਣੇ ਪਛਾਣੇ ਐਨ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੇ ਹੱਕ 'ਚ ਲੋਕ ਖੜੇ ਹੋ ਰਹੇ ਆ, ਉਹਨਾਂ ਨੂੰ ਸਾਹਮਣੇ ਆ ਕੇ ਪਲੇਟਫਾਰਮ ਬਣਾ ਕੇ ਲੋਕਾਂ 'ਚ ਖੜੇ ਹੋਣਾ ਪਊਗਾ। ਤਾਂ ਜਾ ਕੇ ਪੰਜਾਬ ਦੀ ਜਿਹੜੀ ਰਾਜਨੀਤਿਕ ਜਿਹੜੀ ਸੱਤਾ ਆ ਉਹਦੇ 'ਚ ਕੋਈ ਬਦਲਾਅ ਆਊਗਾ, ਕੁਝ ਇੱਥੇ ਸੁਧਾਰ ਆਊਗਾ। ਜੇ ਉਹਨਾਂ ਹੀ ਪਾਰਟੀਆਂ ਪੁਰਾਣੀਆਂ ਨੂੰ ਬਾਰ-ਬਾਰ ਲਿਆਂਦਾ ਰਿਹਾ ਤਾਂ ਮੁਸ਼ਕਲ ਹੋਊਗੀ। ਇੱਥੇ ਸਾਡੇ ਸ਼ੋਅ ਦਾ ਸਮਾਂ ਵੀ ਸਮਾਪਤ ਹੁੰਦਾ, ਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਸਾਰੀ ਸਥਿਤੀ ਨੂੰ ਬਿਆਨ ਕੀਤਾ, ਸਾਨੂੰ ਲੱਗਦਾ ਹੈ ਕਿ ਤੁਸੀਂ ਵੀ ਇਸ ਨੂੰ ਪਸੰਦ ਕੀਤਾ ਹੋਵੇਗਾ, ਕਿਉਂਕਿ ਰਾਸ਼ਟਰਪਤੀ ਨੇ ਇਨਕਾਰ ਕੀਤਾ ਜਿਹੜਾ ਕਿ ਸਾਡੇ ਸੰਵਿਧਾਨਕ ਮੁਖੀ ਨੇ, ਔਰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਬਕਾਇਦਾ ਜਿਹੜੇ ਹੈ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ, ਜੇ ਉਹਨਾਂ ਸਮਾਂ ਮੰਗਿਆ ਸੀ ਤਾਂ ਉਹਨਾਂ ਨੂੰ ਸਮਾਂ ਮਿਲਣਾ ਚਾਹੀਦਾ ਸੀ। ਹੁਣ ਸਥਿਤੀ ਇਹ ਬਣ ਗਈ ਹੈ ਕਿ ਰਾਸ਼ਟਰਪਤੀ ਦਾ ਇਨਕਾਰ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਹਨੂੰ ਇੱਕ ਵੰਗਾਰ ਵਾਂਗ ਲੈ ਕੇ ਦਿੱਲੀ ਵਿੱਚ ਹੀ ਧਰਨਾ ਦੇਣ ਦਾ ਫੈਸਲਾ ਕੀਤਾ। ਆਓ ਦੇਖਦੇ ਹਾਂ ਕਿ ਇਸ ਦੇ ਉੱਤੇ ਅੱਗੇ ਕੀ ਨਤੀਜੇ ਸਾਹਮਣੇ ਆਉਂਦੇ ਆ। ਤੇ ਅੱਜ ਦਾ ਸ਼ੋਅ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਮਿਲਾਂਗੇ। ਪ੍ਰੋਫੈਸਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੰਡੂ ਜੀ।